सुख सागर कर कृपा नानक गुण रघु सर में गुरु गरीब नेवा अंधेर अंधी वापरे सगल लीजै खोए सगल लीजै अंधेर अंधी वापरे अंधेर अंधी सगल लीजै होए सगल
ਨਾਮ ਰਤਨ ਕਰਮ ਚਾਨਣ, ਤੇਰਾ ਨਾਮ ਰਤਨ ਕਰਮ ਚਾਨਣ, ਸੁਰਤ ਤਿਥੇ ਲੋਏ, ਤੇਰਾ ਸੁਰਤ ਤਿਥੇ ਲੋਏ, ਤੇਰਾ ਨਾਮ ਰਤਨ ਕਰਮ ਚਾਨਣ, ਸੁਰਤ ਤਿਥੇ ਲੋਏ, ਸੁਰਤ ਤਿਥੇ ਤੇਰਾ ਨਾਮ ਰਤਨ ਕਰਮ ਚਾਨਣ, ਸੁਰਤ ਤਿਥੇ ਲੋਏ, ਅੰਧੇਰ ਅੰਧੀ ਵਾਕਰੇ, ਇਹ ਸੰਸਾਰ ਸਗਲ ਵਿਕਾਰ, ਭਵ ਗਰੇ ਧਨੇ ਗਰੇ ਧਨ ਗਰੇ ਗਦ ਗਰੇ ਸਾ ਗਪਦ ਮਦ ਪਸਾ ਸਗਲ ਵਿਕਾਰ, ਇਹ ਸੰਸਾਰ ਇਹ ਸੰਸਾਰ ਇਹ ਸੰਸਾਰ ਇਹ ਸੰਸਾਰ ਸਗਲ ਬੇਕਾਰ, ਤੇਰਾ ਨਾਮ ਦਾਰੂ, ਤੇਰਾ ਨਾਮ ਦਾਰੂ, ਅਵਰ ਨਾਸਤ ਕਰਣ ਹਾਰ ਅਪਾਰ, ਕਰਣ ਹਾਰ ਅਪਾਰ, ਤੇਰਾ ਨਾਮ ਤੇਰਾ ਨਾਮ ਦਾਰੂ, ਅਵਰ ਨਾਸਤ ਕਰਣ ਹਾਰ ਅਪਾਰ, ਕਰਣ ਹਾਰ
एक भार करेगा बगा दबगा सदबगा दबगा रे गरे सा पताल पाताल पुरिया एक भार होवे लाख करोड़ होवे लाख करोड़ पाताल पुरिया एक भार होवे लाख करोड़ होवे लाख करोड़ तेरे लाल कीमत तां पवे तेरे लाल कीमत तां पवे जसरे होवे और जसरे होवे और तेरे लाल तेरे लाल जसरे होवे होर जसरे होवे होर सिरे होवे होर तेरे अंधे वापरे तेरे अंधे वापरे सगल लीज होए सगल लीज होए अंधेरे अंधी वापरे अंधेरे अंधी वापरे सगल लीज सगल लीज होए दुखां ते सुख उपजै दुखां ते सुख उपजै सुखी होवे दुख दुखां ते सुख उपजै सुख उपजै सुख उपजै सुख उपजै दुखां ते सुख उपजै सुखी होवे दुख सुखी होवे दुख दुखां ते सुख उपजै 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 दुखां
ਜਿਤ ਮੁਖ ਸਲਾਹੀਐ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਤਿਤ ਮੁਖ ਕੈਸੀ ਭੂਖ ਤਿਤ ਮੁਖ ਕੈਸੀ ਭੂਖ ਤਿਤ ਮੁਖ ਕੈਸੀ ਭੂਖ ਅੰਧੇਰਿਆਂ ਦੀ ਵਾਹ ਕਰੇ ਅੰਧੇਰਿਆਂ ਦੀ ਵਾਹ ਕਰੇ ਸਗਲ ਲੀਜੈ ਹੋਏ ਸਗਲ ਲੀਜੈ ਹੋਏ ਅੰਧੇਰਿਆਂ ਦੀ ਵਾਹ ਕਰੇ ਅੰਧੇਰਿਆਂ ਦੀ ਵਾਹ ਕਰੇ ਸਗਲ ਲੀਜੈ ਹੋਏ ਸਗਲ ਲੀਜੈ ਹੋਏ ਸਗਲ ਲੀਜੈ ਹੋਏ ਸਗਲ ਲੀਜੈ ਹੋਏ ਅੰਧੇਰਿਆਂ ਦੀ ਵਾਹ ਕਰੇ ਨਾਨਕ ਮੂਰਖ ਏਕ ਤੂੰ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਅਵਰ ਭਲਾ ਸੰਸਾਰ ਅਵਰ ਭਲਾ ਸੰਸਾਰ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਅਵਰ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੈ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਸੇ ਤਨ ਹੋਏ ਖੁਆਰ ਜਿਤ ਤਨ ਜਿਤ ਤਨ 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 ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਸੇ ਤਨ ਹੋਏ ਖੁਆਰ ਸੇ ਤਨ ਹੋਏ ਖੁਆਰ ਅੰਧੇਰਿਆਂ ਦੀ ਵਾਹ ਕਰੇ ਅੰਧੇਰਿਆਂ ਦੀ ਵਾਹ ਕਰੇ ਸਗਲ ਲੀਜੈ ਹੋਏ ਸਗਲ ਲੀਜੈ ਹੋਏ ਸਗਲ ਲੀਜੈ
एक तू नानक मूरख, एक तू अवर भला संसार, अवर भला संसार। जित तन नाम न उपजै, जित तन नाम न उपजै, से तन होए खुआर, से तन होए खुआर, से तन होए खुआर। अंधेरे अंधेर वापरे, अंधेरे अंधेर वापरे, सगल लीजै होए, सगल लीजै होए, सगल लीजै होए, सगल लीजै होए। अंधेरे अंधेर वापरे, अंधेरे अंधेर वापरे। अंधेर अंधी वापरे, अंधेर अंधी वापरे, सगल लीजै खोए, सगल लीजै खोए, सगल लीजै खोए। सतगुरु ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਰਾਗ ਪ੍ਰਭਾਤੀ ਦੇ ਵਿੱਚ ਦਰਜ ਹੈ। ਅੰਧੇਰ ਅੰਧੀ ਵਾਪਰੇ, ਸਗਲ ਲੀਜੈ ਖੋਏ। ਹਜ਼ੂਰ ਇਹ ਫਰਮਾਉਂਦੇ ਹਨ ਕਿ ਦੁਨੀਆ ਦੇ ਵਿੱਚ ਮਨੁੱਖਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਤਮਿਕ ਅੰਧੇਰਾ ਹੈ ਅਤੇ ਆਤਮਿਕ ਅੰਧੇਰਾ ਹੋਣ ਦੇ ਕਾਰਨ ਸਾਰੇ ਜਗਤ ਦੇ ਵਿੱਚ ਅੰਧਾਪਨ ਜੋ ਹੈ ਉਹ ਵਾਪਰ ਰਿਹਾ ਹੈ। ਅੰਧੇਰ ਜੀਵਨ ਦੇ ਵਿੱਚ ਅੰਧੇਰ ਹੈ, ਰੱਬੀ ਰੋਸ਼ਨੀ ਨਹੀਂ ਹੈ, आत्मिक प्रकाश नहीं है। वो जो सब में जोत जोत है सोए, तिस दे चानन सब में चानन होए। उस दे नालों साडे जीवन जो हन वो टुटे पे हन। माधो अविद्या हित कीन, भगत रविदास जी इंसान दी जिंदगी नूं जिसले रब दे सामने पेश करते हैं ते कहंदे हन, ऐ माधव इन्हां लोकां ने अज्ञानता दे नाल ही हित कर लिया है। माधो अविद्या हित कीन, विवेक दीप मलीन। अंदर जो विजडम दा लैंप तमाम जीवां दे अंदर है वो मलीन हो चुका है, वो मैला हो चुका है। अंधेर जिंदगी जो है वो अंधेरे दे नाल भरी पई है। अंधी वापरे अते अंदर अंधेरा होने दे कारण साडियां बाहरलियां जिंदगियां भी जो हन उन्हां दे विच भी अंधापन ही वापर रहा है। अंधेर अंधी वापरे, सगल लीजै खोए। उस अंदर दे अंधेपन दे कारण कहते हैं जिंदगी की जितनी भी ब्लिस है,
ਜ਼ਿੰਦਗੀ ਦੇ ਵਿੱਚ ਜਿਤਨਾ ਵੀ ਜੋਏ ਹੈ, ਇਸ ਬ੍ਰਹਿਮੰਡ ਦੇ ਵਿੱਚ ਜਿਤਨੀ ਵੀ ਪਲੇਫੁਲਨੈਸ ਹੈ, ਜਿਤਨਾ ਵੀ ਸੰਗੀਤ ਹੈ, ਜਿਤਨਾ ਵੀ ਆਨੰਦ ਹੈ, ਹਜ਼ੂਰ ਕਹਿੰਦੇ ਹਨ ਇਹ ਇਨਸਾਨ ਉਹ ਸਾਰੀ ਦੀ ਸਾਰੀ ਗਵਾ ਕੇ ਬਹਿ ਜਾਂਦਾ ਹੈ। ਕਿਉਂਕਿ ਇਸ ਜਗਤ ਦੇ ਮੁਤਲਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਨਜ਼ਰੀਆ ਹੈ ਉਹ ਤੇ ਇਹ ਹੈ ਕਿ ਗਾਵਨ ਤੁਧ ਨੂੰ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਸਾਰਾ ਸ਼ਬਦ ਸੋਦਰ ਚ ਅਸੀਂ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਗਾਇਨ ਹੀ ਗਾਇਨ ਚੱਲ ਰਿਹਾ ਹੈ। ਅਖੀਰ ਜਾ ਕੇ ਤੇ ਇਹ ਵੀ ਆਖਿਆ, ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਕਹਿੰਦੇ ਹਨ ਮੈਂ ਗਿਣਤੀ ਨਹੀਂ ਕਰ ਸਕਦਾ, ਇਤਨਾ ਸੰਗੀਤ ਚੱਲ ਰਿਹਾ, ਇਤਨਾ ਗਾਇਨ ਹੈ। ਸਾਰੀ ਸ੍ਰਿਸ਼ਟੀ ਜੋ ਹੈ ਉਹ ਗਾਇਨ ਦੇ ਨਾਲ ਭਰਪੂਰ ਹੈ। ਲੇਕਿਨ ਮਨੁੱਖ ਦੀ ਜ਼ਿੰਦਗੀ ਦੇ ਵਿੱਚ the real experience which we are ought to experience in this life, ਗੁਰੂ ਸਾਹਿਬ ਕਹਿੰਦੇ ਹਨ ਇਹ ਸਗਲ ਲੀਜੇ ਖੋਏ, ਇਹ ਸਾਰੇ ਦਾ ਸਾਰਾ ਗੁਆ ਕੇ ਬਹਿ ਜਾਂਦਾ ਹੈ। ਅੰਧੇਰ ਅੰਧੀ ਵਾਪਰ, ਇਹ ਸ਼ਬਦ ਕਿਉਂਕਿ ਦਾਸ ਨੂੰ ਲਾਸ ਐਂਜਲਸ ਟੈਲੀਫੋਨ ਤੇ ਹੁਕਮ ਹੋਇਆ ਸੀ ਜਦੋਂ ਇਹ ਪ੍ਰੋਗਰਾਮ ਬਣਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਣਾ ਹੈ, ਤਾਂ ਉਸ ਦੇ ਸੰਬੰਧ ਦੇ ਵਿੱਚ ਕੀਰਤਨ ਹੋਵੇ। ਤਾਂ ਉਸ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਕੁਝ ਇੱਕ ਵਿਚਾਰ ਆਪ ਜੀ ਦੇ ਸਾਹਮਣੇ ਮੈਂ ਇਸ ਸ਼ਬਦ ਦੀ ਬਿਨਾ ਤੇ ਰੱਖਣੇ ਚਾਹਨਾ। ਅੱਜ ਅਸੀਂ ਇੱਕ ਬਹੁਤ ਅਹਿਮ ਦਿਨ ਦੀ ਯਾਦ ਦੇ ਵਿੱਚ ਬੈਠੇ ਹਾਂ, ਜਦੋਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲੀ ਦਫਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਰਤੀਬਵਾਰ ਬਾਣੀ ਨੂੰ ਤਰਤੀਬ ਦੇ ਕੇ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ। ਸੀਕਰਸ ਆਲਵੇਜ਼ ਸੈਲੀਬ੍ਰੇਟ, ਸੀਕਰਸ ਦੇ ਵਾਸਤੇ ਬਹੁਤ ਵੱਡੀ ਸੈਲੀਬ੍ਰੇਸ਼ਨ ਦੀ ਗੱਲ ਹੁੰਦੀ ਹੈ ਜਦੋਂ ਉਹਨਾਂ ਨੂੰ ਰੱਬੀ ਦਾਤ ਹਾਸਲ ਹੋਵੇ। ਸੋ ਯਕੀਨਨ ਜੋ ਆਤਮਿਕ ਰਸਤੇ ਦੇ ਖੋਜੀ ਹਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗੀ ਅਮੋਲਕ ਦਾਤ ਨਸੀਬ ਹੋਈ ਹੈ, ਉਹ ਪ੍ਰਕਾਸ਼ ਉਤਸਵ ਵਾਲੇ ਦਿਨ ਵੀ ਮਨਾਣਗੇ, ਲੇਕਿਨ ਉਹ ਹਰ ਰੋਜ਼ ਹੀ ਮਨਾਉਂਦੇ ਹਨ। ਉਹਨਾਂ ਦੀ ਸੁਬਾਹ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰਨ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਦੀ ਸਾਰੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਇਸ ਤੇ ਗੁਣ ਗਾਉਂਦਾ ਹੈ ਤੇ ਸੈਲੀਬ੍ਰੇਟ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੋ ਆਤਮ ਜਗਿਆਸੂਆਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਖਾਂ ਹਨ। ਜ਼ਿੰਦਗੀ ਦੀਆਂ ਗਹਿਰਾਈਆਂ ਨੂੰ ਲੱਭਣ ਵਾਲਿਆਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਮਹਾਨ ਜਗਮਗਾਉਂਦਾ ਸੂਰਜ ਹੈ। ਤੋ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਹਿਲੇ ਦਿਨ ਸਿੰਘਾਸਨ ਤੇ ਪ੍ਰਕਾਸ਼ ਕੀਤਾ, ਉਹ ਦਿਨ ਤੇ ਸਾਡੇ ਧਰਮ ਦੇ ਵਾਸਤੇ ਮਹਾਨ ਮਹੱਤਵਪੂਰਨ ਹੈ। ਜਦੋਂ ਵੀ ਕਿਸੇ ਨੂੰ ਅੱਖਾਂ ਮਿਲ ਜਾਣ ਤੇ ਉਹ ਪ੍ਰਕਾਸ਼ ਦੀ ਪ੍ਰਸੰਨਤਾ ਦੇ ਵਿੱਚ ਉਸ ਨੂੰ ਮਨਾਉਂਦਾ ਹੈ। ਲੇਕਿਨ ਇੱਥੇ ਇੱਕ ਮੈਂ ਜੋ ਨੁਕਤਾ ਰੇਜ਼ ਕਰਨਾ ਚਾਹਨਾ ਹਾਂ, ਇਹ ਜੋ ਸੈਲੀਬ੍ਰੇਸ਼ਨ ਹੈ, ਇਹ ਜੋ ਅਸੀਂ ਉਤਸਵ ਮਨਾ ਰਹੇ ਹਾਂ, ਕੀ ਇਹ ਦਿਲੋਂ ਮਨਾ ਰਹੇ ਹਾਂ? ਕੁਝ ਦਿਲ ਦੇ ਅੰਦਰ ਹੋ ਰਿਹਾ ਹੈ? Do we really feel that we are celebrating something? ਜਾਂ ਕਿ ਇੱਕ ਆਮ ਦਿਨਾਂ ਵਰਗਾ ਦਿਨ ਹੈ, ਲੇਕਿਨ ਕੈਲੰਡਰ ਤੇ ਆ ਗਿਆ ਔਰ ਸਾਨੂੰ ਦੱਸ ਦਿੱਤਾ ਗਿਆ ਕਿ ਅੱਜ ਪ੍ਰਕਾਸ਼ ਉਤਸਵ ਹੈ। ਸੈਲੀਬ੍ਰੇਸ਼ਨ ਨੂੰ ਅਸੀਂ ਸਮਝਦੇ ਹਾਂ ਜਦੋਂ ਸਾਡੇ ਘਰਾਂ ਦੇ ਵਿੱਚ ਸੈਲੀਬ੍ਰੇਸ਼ਨਸ ਅਸੀਂ ਕਰਦੇ ਹਾਂ। ਮੈਰਿਜ ਐਨਵਰਸਰੀ ਨੂੰ ਅਸੀਂ ਮਨਾਉਂਦੇ ਹਾਂ,
ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ, ਗ੍ਰੈਜੂਏਸ਼ਨ ਨੂੰ ਮਨਾਉਂਦੇ ਹਾਂ, ਇਤਿਹਾਸ, ਸਾਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ। ਕਿ ਉਹੀ ਥ੍ਰਿਲ, ਉਹੀ ਐਕਸਾਈਟਮੈਂਟ, ਉਹੀ ਚਾਹ ਤੇ ਮਲਾਰ ਅਸੀਂ ਮਹਿਸੂਸ ਕਰਦੇ? I don't see that. If I'm wrong, then you can correct me afterwards. I don't see that celebration. मैं ਨੈਗੇਟਿਵਿਟੀ ਕ੍ਰੀਏਟ ਕਰਨ ਲਈ ਗੱਲ ਨਹੀਂ ਕਰ ਰਿਹਾ, ਇੱਕ ਨੁਕਤੇ ਤੋਂ ਜੋ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਹੈ, ਉਸ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇੱਕ ਸ਼ਲੋਕ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਦਾ ਜੋ ਬਹੁਤ ਜ਼ਰੂਰੀ ਹੈ ਸਮਝਣਾ। ਹਜ਼ੂਰ ਕਹਿੰਦੇ ਹਨ, ਕਬੀਰ ਤੱਤੀ ਤੋਏ ਨ ਪੱਲਵੈ, ਜੇ ਜਲ ਟੁੱਬੀ ਦੇ। ਕਬੀਰ ਤੱਤੀ ਤੋਏ ਨ ਪੱਲਵੈ, ਜੇ ਜਲ ਟੁੱਬੀ ਦੇ। ਜੋ ਦੁਹਾਗਣ ਰੱਬ ਦੀ ਝੂਰੇਂਦੀ ਝੂਰੇ। ਕਹਿੰਦੇ ਹਨ, ਇੱਥੇ ਇੱਕ ਬਹੁਤ ਖੂਬਸੂਰਤ ਉਹਨਾਂ ਨੇ ਮੈਟਾਫਰ ਜੋ ਹੈ ਸਾਡੇ ਸਾਹਮਣੇ ਰੱਖਿਆ ਹੈ। ਕਹਿੰਦੇ ਹਨ, ਤੱਤੀ ਤੋਏ ਨਾ ਪੱਲਵੈ। ਤੱਤੀ ਕਹਿੰਦੇ ਹਨ ਸੜੀ ਹੋਈ ਨੂੰ, ਤੋਏ ਕਹਿੰਦੇ ਹਨ ਪਾਣੀ ਦੇ ਨਾਲ। ਉਹ ਫਸਲ, ਇੱਕ ਤੇ ਫਸਲ ਹੁੰਦੀ ਹੈ ਨਾ ਜੋ ਸੜ ਜਾਂਦੀ ਹੈ, ਜਿਸ ਨੂੰ ਪਾਣੀ ਨਾ ਮਿਲੇ, ਉਹ ਤੇ ਗੱਲ ਸਮਝ ਤਾਂ ਆਂਦੀ ਹੈ ਕਿ ਇਸ ਨੂੰ ਪਾਣੀ ਨਹੀਂ ਮਿਲਿਆ ਤੇ ਸੜ ਗਈ। ਲੇਕਿਨ ਇੱਕ ਉਹ ਵੀ ਫਸਲ ਹੁੰਦੀ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਕੇ ਸੜ ਜਾਂਦੀ ਹੈ, ਜਿਹੜੀ ਪਾਣੀ ਦੇ ਕਾਰਨ ਸੜਦੀ ਹੈ। ਕਹਿੰਦੇ ਉਸ ਫਸਲ ਨੂੰ ਜਿਹੜੀ ਪਾਣੀ ਦੇ ਵਿੱਚ ਸੜੀ ਹੋਵੇ, ਉਸ ਫਸਲ ਨੂੰ ਬਚਾਉਣ ਦੇ ਵਾਸਤੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਪਾਣੀ 'ਚ ਹੋਰ ਡੁੱਬੀ ਦਿਓ, ਉਹ ਬਚ ਨਹੀਂ ਸਕਦੀ। ਤੱਤੀ ਤੋਏ ਨਾ ਪੱਲਵੈ। ਪੱਲਵੇ ਦਾ ਭਾਵ ਕਿ ਬਚਣਾ, ਉਸ ਦਾ ਹਰੀ ਭਰੀ ਰਹਿਣਾ। ਕਹਿੰਦੇ ਉਹ ਫਸਲ ਜਿਹੜੀ ਪਾਣੀ ਦੇ ਵਿੱਚ ਡੁੱਬ ਕੇ ਪਾਣੀ ਦੇ ਕਾਰਨ ਸੜ ਜਾਏ, ਕਹਿੰਦੇ ਉਸ ਦਾ ਕੋਈ ਬਚਾਅ ਨਹੀਂ ਹੈ। ਜਿਨ੍ਹਾਂ ਦੇ ਪਾਸ ਗਿਆਨ ਨਾ ਹੋਵੇ, ਉਹ ਅਗਿਆਨਤਾ 'ਚ ਠੇਡੇ ਖਾਣ ਤੇ ਗੱਲ ਸਮਝ ਪੈਂਦੀ। ਲੇਕਿਨ ਜਿਨ੍ਹਾਂ ਦੇ ਪਾਸ ਗਿਆਨ ਦਾ ਸੂਰਜ ਹੋਵੇ, ਉਹ ਸਿਰਫ ਆਪਣੇ ਓਵਰ ਕੌਨਫੀਡੈਂਸ ਦੇ ਕਾਰਨ ਅਗਿਆਨਤਾ ਦੇ ਵਿੱਚ ਠੇਡੇ ਖਾਂਦੇ ਫਿਰਨ। ਇਸ ਸ਼ਲੋਕ ਦਾ ਅਰਥ ਹੈ ਕਿ ਉਹਨਾਂ ਦਾ ਕੋਈ ਫਿਰ ਬਚਾਅ। ਜਿਨ੍ਹਾਂ ਦੇ ਪਾਸ ਗਿਆਨ ਨਾ ਹੋਵੇ, ਉਹ ਅਗਿਆਨਤਾ 'ਚ ਠੇਡੇ ਖਾਣ ਤੇ ਗੱਲ ਸਮਝ ਪੈਂਦੀ। ਲੇਕਿਨ ਜਿਨ੍ਹਾਂ ਦੇ ਪਾਸ ਗਿਆਨ ਦਾ ਸੂਰਜ ਹੋਵੇ, ਉਹ ਸਿਰਫ ਆਪਣੇ ਓਵਰ ਕੌਨਫੀਡੈਂਸ ਦੇ ਕਾਰਨ ਅਗਿਆਨਤਾ ਦੇ ਵਿੱਚ ਠੇਡੇ ਖਾਂਦੇ ਫਿਰਨ। ਇਸ ਸ਼ਲੋਕ ਦਾ ਅਰਥ ਹੈ ਕਿ ਉਹਨਾਂ ਦਾ ਕੋਈ ਫਿਰ ਬਚਾਅ ਨਹੀਂ ਹੈ। ਜੋ ਦੁਹਾਗਣ ਰੱਬ ਦੀ, ਜਿਹੜੀ ਸੋਚਦੀ ਤੇ ਹੋਵੇ ਕਿ ਮੈਂ ਰੱਬ ਦੀ ਸੁਹਾਗਣ ਹਾਂ, ਜਿਹੜੀ ਇਹ ਸੋਚਦੀ ਤੇ ਹੋਵੇ ਕਿ ਮੈਂ ਰੱਬ ਵਾਲੀ ਹਾਂ, ਕੰਤ ਵਾਲੀ ਹਾਂ, ਜਿਹੜੀ ਇਹ ਸੋਚਦੀ ਤੇ ਹੋਵੇ ਕਿ ਮੈਂ ਰੱਬ ਦੇ ਨਾਲ ਸੰਬੰਧਿਤ ਹਾਂ, ਰੱਬ ਦੀ ਸੁਹਾਗਣ ਸਮਝਦੀ ਹੋਵੇ। ਲੇਕਿਨ ਕਹਿੰਦੇ ਹਨ ਗੁਰੂ ਸਾਹਿਬ, ਲੇਕਿਨ ਦਰਅਸਲ ਉਸ ਨੂੰ ਰੱਬ ਦਾ ਕੋਈ ਇਲਮ ਨਾ ਹੋਵੇ। ਧਰਮ ਦਾ ਦਾਅਵਾ ਤੇ ਕਰਦੀ ਹੋਵੇ, ਲੇਕਿਨ ਧਰਮ ਦੀ ਹਾਲੇ ABC ਦਾ ਵੀ ਉਸ ਨੂੰ ਕੋਈ ਇਲਮ ਨਾ ਹੋਵੇ। ਕਹਿੰਦੇ ਨੇ ਅਜੇ ਹੀ ਧਾਰਮਿਕ ਰੱਬੀ ਦੁਹਾਗਣ ਦਾ ਹੋਰ ਕੋਈ ਫਿਰ ਇਲਾਜ ਨਹੀਂ ਹੋ ਸਕਦਾ। ਇਹ ਸ਼ਲੋਕ ਮੈਂ ਆਪ ਜੀ ਦੇ ਸਾਹਮਣੇ ਇਸ ਕਰਕੇ ਰੱਖ ਰਿਹਾ ਹਾਂ। ਸਾਡੇ ਪਾਸ ਜੋ ਦਾਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਦਾ ਪ੍ਰਕਾਸ਼ ਉਤਸਵ ਅਸੀਂ ਮਨਾ ਰਹੇ ਹਾਂ, ਇਹ ਦਾਤ ਦੇ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਤੇ ਇਹ ਸਵਾਲ ਕਰਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤਾ ਸੀ, ਉਹ ਕਾਹਦੇ ਵਾਸਤੇ ਕੀਤਾ ਸੀ? ਅਸੀਂ ਬਾਹਰਲੇ ਪ੍ਰਕਾਸ਼ ਨੂੰ ਹੀ ਮਨਾਉਂਦੇ ਜਾਣਾ ਹੈ, ਜਾਂ ਕਿ ਇਸ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੂੰ ਪ੍ਰਕਾਸ਼ ਕਰਨ ਦਾ ਮਨੋਰਥ ਤੇ ਇਹ ਸੀ ਕਿ ਸਾਡੀ ਜ਼ਿੰਦਗੀ 'ਚ ਪ੍ਰਕਾਸ਼ ਆਵੇ। ਪ੍ਰਕਾਸ਼ ਤੇ ਅਸਾਂ ਜੀਵਨ ਦੇ ਵਿੱਚ ਲਿਆਉਣਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਨਾ ਕੋਈ ਅੰਧੇਰਾ ਹੈ, ਉਹ ਤੇ ਹਮੇਸ਼ਾ ਤੋਂ ਹੀ ਪ੍ਰਕਾਸ਼ ਹੈ। ਜਿੱਥੇ ਅੰਧੇਰਾ ਹੈ, ਪ੍ਰਕਾਸ਼ ਤੇ ਉੱਥੇ ਹੋਣਾ ਚਾਹੀਦਾ ਹੈ। ਪ੍ਰਕਾਸ਼ ਸਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ
ਤੇ ਸਫਲਾ ਤਾਂ ਹੀ ਹੈ ਅਗਰ ਇਸ ਪ੍ਰਕਾਸ਼ ਦੇ ਨਾਲ ਸਾਡੇ ਜੀਵਨ ਦੇ ਵਿੱਚ ਵੀ ਕੋਈ ਪ੍ਰਕਾਸ਼ ਹੋਇਆ ਹੋਵੇ। ਇਸ ਦੀ ਰੋਸ਼ਨੀ ਦਾ ਜੋ ਦੀਪਕ ਹੈ ਸਾਡੇ ਜੀਵਨ ਦੇ ਵਿੱਚ ਵੀ ਜਗਿਆ ਹੋਵੇ, ਤਾਂ ਪ੍ਰਕਾਸ਼ ਉਤਸਵ ਜੋ ਮਨਾਇਆ ਉਹ ਸਫਲ ਹੈ। ਅੱਜ ਦੇ ਕੀਰਤਨ ਦੇ ਵਿੱਚ ਅਸੀਂ ਆਪਣੇ ਮੁਤਲਕ ਇਹ ਦੇਖਣਾ ਹੈ ਕਿ ਕਿਤੇ ਅਸੀਂ ਐਸੇ ਤਾਂ ਨਹੀਂ ਕਿ ਇੱਕ ਤੇ ਹਨ ਜੋ ਅਗਿਆਨ ਦੇ ਕਾਰਨ ਜਿਨ੍ਹਾਂ ਪਾਸ ਗਿਆਨ ਨਾ ਹੋਵੇ ਤੇ ਉਹਨਾਂ ਦੀ ਹਾਲਤ ਖਰਾਬ ਹੋਵੇ, ਕਿ ਕਿਤੇ ਅਸੀਂ ਆਪਣੇ ਪਾਸ ਗਿਆਨ ਹੈ ਇਸ ਦੇ ਓਵਰ ਕੌਨਫੀਡੈਂਸ ਦੇ ਵਿੱਚ ਹੀ ਕਿਤੇ ਇਸ ਗਿਆਨ ਤੋਂ ਦੂਰ ਤੇ ਨਹੀਂ ਨਿਕਲ ਗਏ। ਕਬੀਰ ਸਾਹਿਬ ਨੇ ਇੱਕ ਹੋਰ ਸ਼ਲੋਕ ਬਹੁਤ ਖੂਬਸੂਰਤ ਉਚਾਰਿਆ ਹੈ। ਕਹਿੰਦੇ ਹਨ, ਕਬੀਰ ਬਾਂਸ ਬੜਾਈ ਬੂਢਿਆ ਇਉਂ ਮਤ ਡੂਬੋ ਕੋਏ। ਬਾਂਸ ਆਪਣੇ ਵੱਡੇ ਪਨ ਦੇ ਵਿੱਚ ਹੀ ਕਹਿੰਦੇ ਹਨ ਚੰਦਨ ਦੀ ਸੁਗੰਧੀ ਤੋਂ ਮਹਿਰੂਮ ਰਹਿ ਜਾਂਦਾ ਹੈ। कबीर बांस बढ़ाई बूढ़िया इਉਂ मत डूबो कोय, चंदन के निकटे बसे बांस सुगंध ना होए। बांस दा जो जीवन ऐसा है कि वह चंदन दे बिल्कुल नजदीक रहता है, लेकिन कहते हैं क्योंकि उस दी ते गुरु साहब ने एक मिसाल लई है कि कद काठ दे विच बहुत उच्चा लंबा वड्डा हुंदा है, ਉਹ ਆਪਣੀ ਬੜਾਈ ਦੇ ਵਿੱਚ ਹੀ ਕਹਿੰਦੇ ਹਨ ਅੰਦਰੋਂ ਖਾਲੀ ਰਹਿ ਜਾਂਦਾ ਹੈ। ਰਾਤ ਦੇ ਕੀਰਤਨ ਚ ਮੈਂ ਇੱਕ ਪ੍ਰਮਾਣ ਦਿੱਤਾ ਸੀ ਕਿ ਅੰਦਰ ਲਾਗੀ ਖੋਰ। ਸਾਡੇ ਪਾਸ ਵੈਲਥ ਤੇ ਹੈ, ਆਤਮਕ ਧਨ ਤੇ ਹੈ, ਆਤਮਕ ਖਜ਼ਾਨਾ ਤੇ ਹੈ, ਲੇਕਿਨ ਅੰਦਰ ਸਾਡੇ ਇੱਕ ਖੋੜ ਲੱਗੀ ਪਈ ਹੈ, ਅੰਦਰ ਸਾਡੇ ਇੱਕ ਘੁਣ ਲੱਗਾ ਪਿਆ ਹੈ। ਮੈਂ ਦੇਖਦਾ ਹਾਂ ਕਿ ਇਹ ਜੋ ਕੌਮ ਜਿਸ ਦੀ ਬੁਨਿਆਦ ਹੀ ਇੱਕ ਰੂਹਾਨੀ ਕੌਮ ਬਣਾਈ ਗਈ ਸੀ, उस कौम दे अंदर आत्मक जीवन दी जो खोड़ लग गई है। तो कबीर साहब सुचेत करते हैं कि ऐस किस्म की दुर्घटना तो बचना। कबीर बांस बढ़ाई बूढ़िया इਉਂ मत डूबो कोय, चंदन के निकटे बसे बांस सुगंध ना होए। किते ऐसा ना होवे कि ਅਸੀਂ ਵਰੇ ਤੋਂ ਬਾਅਦ ਗੁਰਪੁਰਬ ਵਾਲੇ ਦਿਨ ਪ੍ਰਕਾਸ਼ ਉਤਸਵ ਤੇ ਮਨਾ ਲਈਏ, ਲੇਕਿਨ ਜੋ ਰੀਅਲ ਸਿਗਨੀਫੀਕੈਂਸ ਹੈ ਇਸ ਦੀ ਪ੍ਰਕਾਸ਼ ਉਤਸਵ ਮਨਾਉਣ ਦੀ, ਕਿ ਸਾਡੇ ਜੀਵਨ 'ਚ ਪ੍ਰਕਾਸ਼ ਹੋਣਾ ਚਾਹੀਦਾ। ਮਨਾਉਣਾ ਤੇ ਉਸ ਗੱਲ ਨੂੰ ਹੈ, ਮੈਂ ਤੇ ਸਿਰਫ ਉਸ ਚੀਜ਼ ਨੂੰ ਮਨਾਉਣਾ ਹਾਂ ਕਿ ਮੇਰੇ ਜੀਵਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਮਨਾਉਣ ਵਾਲੀ ਗੱਲ ਤੇ ਉਹ ਹੈ, ਉਦੋਂ ਜਾ ਕੇ ਬਾਹਰਲੇ ਪ੍ਰਕਾਸ਼ ਦਾ ਵੀ ਕੋਈ ਅਰਥ ਨਿਕਲਦਾ ਹੈ। जिस दे जीवन च हाले प्रकाश नहीं होया, उसने ते हाले इस प्रकाश का कोई फायदा ही नहीं उठाया, फिर वो किस चीज नूं मनावे। इत्थे होर सुचेत करते हैं, कहते हैं कबीर गुर लागा तब जानी। आ पंक्ति बहुत पावरफुल है, बहुत स्ट्रोंग है। सानू इत्थे सत्संग दे विच आया नूं अपने अंदर नजर मारन नूं फोर्स करेगी। कहते हैं भाई तमाम दुनिया दे विच सारी सृष्टि किसी ना किसी गुरु दे नाल अपने आप नूं संबंधित रखती है। कहते लेकिन एक क्राइटेरियन है जिथों पता चलता है कि सचमुच एक गुरु वाला है भी या नहीं। हुण असीं जितने भी गुरुद्वारियां दे विच थ्रू आउट द वर्ल्ड सत्संग दे विच दीवाना च बैठते हाँ, सारे असीं अपने आप नूं गुरु वाले ते समझदे हाँ ही, लेकिन हुण असीं कम से कम गुरबाणी तो शब्दां तो ये तय ते कर लईए कि की गुरबाणी भी सानू एज ए सिख एक्सेप्ट करती है या नहीं, जां कि साडे अपने मन का एक भरम है कि असी गुरु वाले हैं। गुरबाणी ने एक स्टैंडर्ड सैट किया है, जिथे जिस पंक्ति चो कहते हैं कबीर गुर लागा तब जानीए, भी गुरु नाल लग्या होया तो तां ही समझिए मिटे मोह तन ताप। अगर इस दी आत्मक जिंदगी दे विच इस किस्म दा परिवर्तन आ गया कि इस दा मोह खत्म हो गया, ममता खत्म हो गई, जो रात दे कीर्तन च विचार सी ए जगत ममता मूआ, ममता दे मारे असी सारी उम्र उत्थे बज्जे रहने हां, उत्थों अगां असी चलदे ही नहीं हां। अते इत्थों तक कि सानू अपनियां बुरियां आदतां दे नाल भी ममता हुंदी है। कई दफा कई लोग बड़े मान च ये गल कहणगे कि मेरा सुभाव तक क्रोधी है, ये कोई बड़े मान वाली गल थोड़ी वा। कई दफा असी अपनियां जो कमजोरियां हन उन्हां दे प्रति भी बहुत मान दे नाल अपने आप नूं उन्हां नाल अटैच करते हैं। कहंदे ने गुरु लग्या तो तां जाणीए मिटे मोह तन ताप।
ਅਤੇ ਜਿਤਨੀਆਂ ਵੀ ਤਨ ਦੀਆਂ ਕਮਜ਼ੋਰੀਆਂ ਹਨ, ਤਨ ਦੀ ਜਿਹੜੀ ਸਲੇਵਰੀ ਹੈ, ਤਨ ਹੀ ਸਾਨੂੰ ਅਗਾਂਹ ਵਧਣ ਨਹੀਂ ਦਿੰਦਾ। ਅਸੀਂ ਤਨ ਦੇ ਇਤਨੇ ਗੁਲਾਮ, ਕਿਉਂਕਿ ਅਸੀਂ ਤਨ ਨੂੰ ਗਲਤ ਆਦਤਾਂ ਪਾ ਚੁੱਕੇ ਹਾਂ। ਤਨ ਬੇਕਾਬੂ ਹੈ। ਅਸੀਂ ਸਾਰੀ ਉਮਰ ਇਸ ਦੇਹੀ ਨੂੰ ਹੀ ਖਿਲਾਉਂਦੇ ਪਿਲਾਉਂਦੇ ਪੋਚਦੇ ਪਾਚਦੇ ਰਹਿੰਦੇ ਹਾਂ। ਕਹਿੰਦੇ ਗੁਰ ਲਾਗਾ ਤਬ ਜਾਣੀਏ, ਗੁਰੂ ਨੂੰ ਲੱਗਿਆ ਤੇ ਤਾਂ ਸਮਝੀਏ ਕਿ ਤੇਰੇ ਅੰਦਰ ਦੇ ਵਿੱਚ ਕੋਈ ਪਰਿਵਰਤਨ ਆਇਆ ਹੋਵੇ, ਤੇਰੀ ਕੋਈ ਆਤਮਿਕ ਤਰੱਕੀ ਹੋਈ ਹੋਵੇ, ਕੋਈ ਸਪਿਰਿਚੁਅਲ ਗਰੋਥ ਹੋਈ ਹੋਵੇ, ਕੋਈ ਇਨਸਾਈਟ ਡਿਵੈਲਪ ਹੋਈ ਹੋਵੇ, ਕੋਈ ਡੈਪਥ ਜੀਵਨ ਦੇ ਵਿੱਚ ਆਈ ਹੋਈ ਹੋਵੇ, ਕੋਈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਐਕਸਪੈਂਡ ਕੀਤੀ ਹੋਈ ਹੋਵੇ, ਤਾਂ ਹੀ ਤਾਂ ਸਮਝੀਏ ਕਿ ਗੁਰੂ ਦੇ ਨਾਲ ਤੂੰ ਲੱਗਿਆ, ਤੂੰ ਗੁਰੂ ਵਾਲਾ ਹੈ। ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ। ਜਿਸ ਇਨਸਾਨ ਨੂੰ ਹਰਖ ਖੁਸ਼ੀ ਅਤੇ ਸੋਗ ਉਦਾਸੀ ਡਿਪਰੈਸ਼ਨ, ਭਾਵ ਨਫਾ ਹੋਵੇ ਨੁਕਸਾਨ ਹੋਵੇ, ਆ ਜਾਏ ਜਾਂ ਚਲ ਜਾਏ, ਮਿਲ ਜਾਏ ਜਾਂ ਵਿਛੜ ਜਾਏ, ਜਿਹੜੀ ਇਹ ਡੁਐਲਿਟੀ ਜਿਸ ਇਨਸਾਨ ਨੂੰ ਸਾੜਦੀ ਨਹੀਂ ਹੈ, ਜਿਸ ਦੀ ਜ਼ਿੰਦਗੀ ਦੀ ਅਵਸਥਾ ਇਤਨੀ ਉੱਚੀ ਹੋ ਗਈ ਹੈ, ਤਬ ਹਰ ਆਪੇ ਆਪ, ਜਿੱਥੇ ਉਹ ਪ੍ਰਭੂ ਆਪ ਹੀ ਆਪ ਅੰਦਰ ਸਮਾਇਆ ਪਿਆ ਹੋਵੇ, ਇਹ ਅਵਸਥਾ ਕਹਿੰਦੇ ਆਈ ਹੋਈ ਹੋਵੇ, ਤਾਂ ਹੀ ਸਮਝੀਏ ਕਿ ਇਹ ਇੱਕ ਗੁਰੂ ਵਾਲਾ ਹੈ। ਕੋਈ ਸੰਗੀਤਕਾਰ ਦੇ ਪਾਸ ਜਾ ਕੇ ਵਰਿਆਂ ਬੱਧੀ ਰਹੇ, ਇਹ ਕਲੇਮ ਤੇ ਕਰੇ ਕਿ ਮੈਂ ਸੰਗੀਤ ਸਿੱਖਦਾ ਹਾਂ, ਲੇਕਿਨ ਸੰਗੀਤ ਦਾ ਪ੍ਰਮਾਣ ਕਿੱਥੋਂ ਹੋਵੇਗਾ? ਅਗਰ ਉਸ ਨੂੰ ਕੋਈ ਆਂਦਾ ਸੁਣਾ ਸਕੇ ਸੰਗੀਤ, ਤਾਂ ਹੀ ਅਸੀਂ ਸਮਝਾਂਗੇ ਨਾ ਕਿ ਇਸ ਨੂੰ ਸੰਗੀਤ ਆਂਦਾ ਹੈ, ਸੰਗੀਤ ਸਿੱਖਦਾ ਹੈ। ਇਸੇ ਤਰ੍ਹਾਂ ਜਿਸ ਇਨਸਾਨ ਦੇ ਜੀਵਨ ਦੇ ਵਿੱਚ ਉਹ ਵੈਲਿਊਜ਼, ਉਹ ਬਿਊਟੀ, ਉਹ ਡਿਵਾਈਨ, ਉਹ ਰਿਚਨੈਸ, ਉਹ ਡੈਪਥ, ਉਹ ਇਨਸਾਈਟ ਜੀਵਨ ਦੇ ਵਿੱਚ ਨਹੀਂ ਆਈ, ਉਸ ਤੋਂ ਫਿਰ ਅਸੀਂ ਕਿਵੇਂ ਇਹ ਅੰਦਾਜ਼ਾ ਲਗਾਈਏ ਕਿ ਇਹ ਗੁਰੂ ਨਾਨਕ ਦਾ ਸਟੂਡੈਂਟ ਹੈ, ਗੁਰੂ ਨਾਨਕ ਦਾ ਵਿਦਿਆਰਥੀ ਹੈ? ਕਿਸ ਤਰ੍ਹਾਂ ਇਹ ਅੰਦਾਜ਼ਾ ਲਗਾਈਏ? ਤਾਂ ਅੱਜ ਅਸੀਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਮੁਬਾਰਕ ਹੈ ਕਿ ਅਸੀਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸਤਿਗੁਰੂ ਮਿਹਰ ਕਰੇ ਇਸ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਮਨਾਉਂਦਿਆਂ ਸਾਡਾ ਜੀਵਨ, ਸਾਡਾ ਅੰਦਰਲਾ ਆਂਗਨ ਜੋ ਹੈ ਉਹ ਪ੍ਰਕਾਸ਼ ਹੋ ਜਾਏ ਉਸ ਦੇ ਅੰਦਰ। ਉਹ ਤਾਂ ਹੀ ਹੋਏਗਾ ਅਗਰ ਅਸੀਂ ਮਨਾਉਂਦੇ ਰਹਾਂਗੇ, ਕਿਤੇ ਨਾ ਕਿਤੇ ਸਾਨੂੰ ਕੋਈ ਐਸੀ ਚੋਟ ਲੱਗ ਜਾਏਗੀ ਜੋ ਪ੍ਰੇਰਣਾ ਦੇ ਜਾਏਗੀ। ਲੇਕਿਨ ਆਓ, ਜਿੱਥੇ ਅਸੀਂ ਅੱਜ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਆਪਣੇ ਜੀਵਨ ਦੇ ਵਿੱਚ ਅਸੀਂ ਥੋੜਾ ਦੇਖਣਾ ਹੈ ਉੱਥੇ ਵੀ ਕੋਈ ਪ੍ਰਕਾਸ਼ ਹੈ ਜਾਂ ਉੱਥੇ ਅੰਧੇਰਾ ਹੈ। ਗੁਰੂ ਬਾਬਾ ਜੀ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚ ਅੰਧੇਰਾ ਹੈ। ਉਸ ਦਿਨ ਥੋੜੇ ਪ੍ਰਮਾਣ ਮੈਂ ਆਪਦੇ ਸਾਹਮਣੇ ਰੱਖਾਂਗਾ। ਪਿਆਰ ਨਾਲ ਸਾਰੇ ਇਸ ਪੰਕਤੀ ਨੂੰ ਗਾਓ। ਅੰਧੇਰੇ ਅੰਧੀ ਵਾਪਰੇ, ਅੰਧੇਰੇ ਅੰਧੀ ਵਾਪਰੇ, ਸਗਲ तेरा नाम रतन करम चानन, तेरा नाम रतन करम चानन, सुरत ते लोए। तेरा नाम रतन करम चानन, सुरत ते लोए, सुरत ते लोए। इस लाइन का मायना यह है, तेरा नाम रतन। सतगुरु गुरु नानक देव जी कहते हैं, ऐ प्रभु
तेरा नाम एक ऐसा रतन है जे सुरत दे विच ਇਹ ਜੜਿਆ ਪਿਆ ਹੈ। ਕਰਮ ਚਾਨਣ, ਕਰਮ ਦਾ ਭਾਵ ਬਖਸ਼ਿਸ਼, ਉਥੇ ਤੇਰੀ ਬਖਸ਼ਿਸ਼ ਜੋ ਹੈ ਉਹ ਰੋਸ਼ਨੀ ਕਰ ਰਹੀ ਹੈ। ਭਾਵ ਜਿਹੜੀ ਸੁਰਤ ਦੇ ਵਿੱਚ ਪ੍ਰਭੂ ਦੇ ਨਾਮ ਦਾ ਹੀਰਾ ਜੜਿਆ ਪਿਆ ਹੈ, ਰਤਨ ਜੜਿਆ ਪਿਆ ਹੈ, ਉਸ ਸੁਰਤ ਦੇ ਵਿੱਚ ਚਾਨਣ ਹੈ। ਬਾਕੀ तमाम ਜੋ ਜ਼ਿੰਦਗੀ ਹੈ ਉਥੇ ਅੰਧੇਰਾ ਹੈ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤੇ ਥੇ ਸੁਰਤ ਤੇ ਥੇ ਲੋਏ। ਤੇਰਾ ਨਾਮ ਇੱਕ ਰਤਨ ਹੈ ਜਿਹੜੀ ਸੁਰਤ ਦੇ ਵਿੱਚ ਇਹ ਜੜਿਆ ਪਿਆ ਹੈ। ਉਸ ਸੁਰਤ ਦੇ ਵਿੱਚ ਤੇਰੀ ਬਖਸ਼ਿਸ਼ ਦਾ ਚਾਨਣ ਹੈ। ਸੁਰਤ ਤਿੱਥੇ ਲੋਏ, ਉਸ ਸੁਰਤੀ ਦੇ ਵਿੱਚ ਕਹਿੰਦੇ ਹਨ ਲੋ ਹੈ, ਰੋਸ਼ਨੀ ਹੈ, ਪ੍ਰਕਾਸ਼ ਹੈ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤੇ ਥੇ ਸੁਰਤ ਤੇ ਮਨ ਹੈ। ਜਦੋਂ ਤੱਕ ਇਹ ਨਹੀਂ ਜੁੜਿਆ ਹੋਇਆ ਉਦੋਂ ਤੱਕ ਇਹ ਜੋ ਸਾਰਾ ਸੰਸਾਰ ਇਹ ਬੇਕਾਰ ਹੈ, ਇੱਕ ਬਿਮਾਰੀ ਹੈ। ਇਹ ਸੰਸਾਰ ਸਗਲ ਬੇਕਾਰ, ਇਹ ਸੰਸਾਰ ਸਗਲ ਬੇਕਾਰ। ਤੇਰਾ ਨਾਮ ਦਾਰੂ ਅਵਰ ਨਾਸਤ ਕਰਨ ਹਾਰ ਅਪਾਰ, ਕਰਨ ਹਾਰ ਅਪਾਰ। ਤੇਰਾ ਨਾਮ, ਤੇਰੀ ਬੰਦਗੀ, ਅੰਤਰ ਧਿਆਨ ਹੋਣਾ, ਸੁਰਤੀ ਨੂੰ ਅੰਦਰ ਆਤਮਾ ਦੇ ਨਾਲ ਜੋੜਨਾ, ਕਹਿੰਦੇ ਨੇ ਇਸ ਸੰਸਾਰ ਦੀ ਬਿਮਾਰੀ ਦਾ ਸਿਰਫ ਇੱਕ ਹੀ ਇਲਾਜ ਹੈ। ਗੁਰੂ ਮਹਾਰਾਜ ਸੰਸਾਰ ਦੀ ਬਿਮਾਰੀ ਨੂੰ ਵੀ ਜਾਣਦੇ ਹਨ ਕਿ ਇਹਨਾਂ ਦੇ ਜੀਵਨ 'ਚ ਅੰਦਰ ਅੰਧੇਰਾ ਹੈ ਤੇ ਅੰਦਰ ਅੰਧੇਰਾ ਹੋਣ ਦੇ ਕਾਰਨ ਅਸੀਂ ਡਾਰਕਨੈਸ ਦੇ ਵਿੱਚ ਗਰੁੱਪਿੰਗ ਕਰਦੇ ਹਾਂ, ਇੱਧਰ ਉੱਧਰ ਹੱਥ ਪੈਰ ਮਾਰਦੇ ਹਾਂ। ਲੇਕਿਨ ਫਿਰ ਵੀ ਮਨੁੱਖੀ ਸਮਾਜ ਦੇ ਵਿੱਚ ਕੋਈ ਵੀ ਸਹੀ ਰਾਹ ਨਜ਼ਰ ਨਹੀਂ ਆ ਰਿਹਾ। ਰਾਤ ਦੇ ਕੀਰਤਨ 'ਚ ਅਸੀਂ ਸਾਰੀ ਵਿਚਾਰ ਕਰ ਚੁੱਕੇ ਹਾਂ ਕਿ ਗੁਰੂ ਮਹਾਰਾਜ ਨੇ ਕਿਹਾ ਜੀਵਨ ਕੀ ਵਿਧਨਾ ਹੈ। ਉਸ ਦੇ ਵਿੱਚ ਸਾਡੀ ਘਰੇਲੂ ਜ਼ਿੰਦਗੀ, ਸਾਡੀ ਪੋਲੀਟੀਕਲ ਲਾਈਫ ਅਤੇ ਐਜੂਕੇਸ਼ਨ ਦੀ ਜੋ ਜ਼ਿੰਦਗੀ ਹੈ, तमाम ਚੀਜ਼ਾਂ ਉੱਤੇ ਗੁਰਬਾਣੀ ਨੇ ਕਮੈਂਟ ਕੀਤਾ ਹੈ। ਇਲਾਜ ਕੀ ਹੈ, ਸਮਾਧਾਨ ਕੀ ਹੈ? ਕਹਿੰਦੇ ਨੇ ਤੇਰਾ ਨਾਮ ਦਾਰੂ ਅਵਰ ਨਾਸਤ। ਅਵਰ ਨਾਸਤ ਦਾ ਭਾਵ ਹੋਰ ਕੋਈ ਵੀ ਚੀਜ਼ ਜੋ ਹੈ ਕਦੇ ਵੀ ਮੁਕੰਮਲ ਇਲਾਜ ਨਹੀਂ ਕਰ ਸਕਦੀ। ਕਰਨਹਾਰ ਅਪਾਰ, ਐ ਅਪਾਰ ਕਰਨਹਾਰ ਵਾਹਿਗੁਰੂ ਤੇਰਾ ਨਾਮ ਹੀ ਦਾਰੂ ਹੈ, ਤੇਰਾ ਨਾਮ ਹੀ ਇੱਕ ਐਸਾ ਰਤਨ ਹੈ। ਜਦੋਂ ਇਹ ਮਨੁੱਖ ਦੀ ਸੁਰਤ ਦੇ ਵਿੱਚ ਆ ਕੇ ਜੁੜਦਾ ਹੈ ਉਦੋਂ ਜਾ ਕੇ ਮਨੁੱਖ ਨੂੰ ਸਹੀ ਜ਼ਿੰਦਗੀ ਦੇ ਦੀਦਾਰ ਹੁੰਦੇ ਹਨ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤੇ ਥੇ ਲੋਏ, ਸੁਰਤ ਤੇ ਥੇ ਲੋਏ। ਤੇਰੇ ਅੰਦੀ ਵਾਪਰੇ ਅੰਧੇਰੇ ਅੰਦੀ ਵਾਪਰੇ ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ। ਦੇਹ ਅੰਧਾਰੀ ਅੰਧ ਦੇਹ ਅੰਧਾਰੀ ਅੰਧ ਸਵਾਦਾਂ ਚਸਕਿਆਂ ਦੇ ਨਾਲ, ਆਲਸ ਦੇ ਨਾਲ, ਇਹ ਕਹਿੰਦੇ ਹਨ ਦੇਹ ਵੀ ਅੰਧਾਰੀ ਹੈ, ਇਹਦੇ ਅੰਦਰ ਵੀ ਅੰਧੇਰਾ ਹੈ। ਅੰਧ ਸੁੰਨੀ ਨਾਮ ਵਿਹੂਣੀਆਂ, ਅਤੇ ਨਾਮ ਦੇ ਅੰਦਰ ਰੌਣਕ ਨਹੀਂ ਹੈ, ਜਿਸ ਕਰਕੇ ਇਹ ਦੇਹ ਅੰਦਰੋਂ ਸੁੰਨੀ ਹੈ, ਜਿਸ ਕਰਕੇ ਬਾਹਰ ਹੀ ਰੌਣਕ ਲੱਭਦੀ ਰਹਿੰਦੀ। ਕਈ ਦਫਾ ਅਸੀਂ ਕੀਰਤਨਾਂ 'ਚ ਵਿਚਾਰ ਕੀਤੀ ਹੈ ਨਾ ਕਿ ਇੱਕ ਇਨਸਾਨ ਕਦੇ ਇਕੱਲਾ ਨਹੀਂ ਬੈਠ ਸਕਦਾ। ਬੰਦੇ ਨੂੰ ਬਿਠਾਲਣ ਨੂੰ ਹਮੇਸ਼ਾ ਕੋਈ ਨਾ ਕੋਈ ਚੀਜ਼ ਚਾਹੀਦੀ ਹੈ। ਮੈਂ ਕਈ ਦਫਾ ਟਰੈਵਲ ਕਰਦਾ ਦੇਖਦਾ ਹਾਂ ਕਿ ਸਾਡੀ ਮਨੁੱਖੀ ਹਾਲਤ ਕਿਸ ਕਿਸਮ ਦੀ ਹੈ। ਜਹਾਜ਼ ਦੇ ਵਿੱਚ ਸੀਟ ਦੇ ਸਾਹਮਣੇ ਉਸ ਪਾਕਟ ਦੇ ਵਿੱਚ ਇੱਕ ਮੈਗਜ਼ੀਨ ਪਿਆ ਹੁੰਦਾ ਹੈ। ਕਈ ਦਫਾ
ਇੱਕ ਇੱਕ ਫਲਾਈਟ ਦੇ ਵਿੱਚ ਦੇਖਿਆ ਹੈ ਕਿ 10-10 15-15 ਵਾਰੀ ਲੋਕ ਉਸੇ ਮੈਗਜ਼ੀਨ ਨੂੰ ਬਾਹਰ ਨਿਕਾਲ ਲੈਣਗੇ, ਸਾਰਾ ਉਸ ਨੂੰ ਫੋਲ ਲੈਣਗੇ, ਫਿਰ ਰੱਖ ਦੇਣਗੇ, 5-7 ਮਿੰਟ ਤੋਂ ਬਾਅਦ ਉਸੇ ਨੂੰ ਫਿਰ ਨਿਕਾਲ ਲੈਣਗੇ। ਇਹ ਨਹੀਂ ਕਿ ਉਸ ਦੇ ਵਿੱਚ ਕੁਝ ਪੜ੍ਹਨ ਨੂੰ ਹੈ ਜਾਂ ਉਹ ਕੁਝ ਪੜ੍ਹ ਰਹੇ ਹਨ, ਨਹੀਂ, ਇਨਸਾਨ ਬੈਠ ਨਹੀਂ ਸਕਦਾ, ਇਹ ਅੰਦਰੋਂ ਬਿਲਕੁਲ ਸੁੰਨਾ ਹੈ। ਹੋਰ ਰੌਣਕ ਨਾ ਮਿਲੇ ਤੇ ਬੇਸ਼ੱਕ ਕੋਈ ਫਾਲਤੂ ਜਾਂ ਮੈਗਜ਼ੀਨ ਹੀ ਮਿਲ ਜਾਏ ਤਾਂ ਉਸ ਦੇ ਨਾਲ ਹੀ ਬੈਠ ਸਕਦਾ ਹੈ। ਜਿਹੜੀ ਅਖਬਾਰ ਅਸੀਂ 5-7 ਵਾਰੀ ਪੜ੍ਹ ਵੀ ਚੁੱਕੇ ਹਾਂ, ਫਿਰ ਵੀ ਅਸੀਂ ਉਸ ਦੀਆਂ ਤਸਵੀਰਾਂ ਹੀ ਦੇਖਣ ਲੱਗ ਪਏ। ਤੇ ਲੋਕਾਂ ਦੀ ਜ਼ਿੰਦਗੀ ਹੈ ਕਿ ਘਰ 'ਚ ਉਹ ਬਾਤ ਬਣਨਗੇ, ਸਭ ਤੋਂ ਪਹਿਲਾਂ ਉਹਨਾਂ ਦੇ ਹੱਥ 'ਚ ਰਿਮੋਟ ਕੰਟਰੋਲ ਹੁੰਦਾ ਹੈ। ਆਈਦਰ ਉਹ ਟੇਪ ਰਿਕਾਰਡਰ ਔਨ ਕਰਨਗੇ ਜਾਂ ਟੈਲੀਵਿਜ਼ਨ ਔਨ ਕਰਨਗੇ, ਕਿਉਂਕਿ ਉੱਥੇ ਵੀ ਜੋ ਸਾਇਲੈਂਸ ਹੈ ਉਹ ਇਨਸਾਨ ਨੂੰ ਖਾਂਦੀ ਹੈ। ਇਨਸਾਨ ਰੌਲੇ ਦਾ ਆਦੀ ਬਣ ਗਿਆ ਹੈ, ਚੁੱਪ ਦਾ ਆਦੀ ਨਹੀਂ ਹੈ। ਇੱਕ ਦਫਾ ਕੀਰਤਨ ਤੇ ਇੱਕ ਜਗ੍ਹਾ ਗਿਆ ਤਾਂ ਸੰਗਤ ਹਾਲੇ ਆ ਰਹੀ ਸੀ, ਤੇ ਮੈਂ ਕਿਹਾ ਸੰਗਤ ਨੂੰ ਹਾਲੇ ਥੋੜਾ ਆ ਲੈਣ ਦਿਓ, ਤੇ ਉਤਨੀ ਦੇਰ ਆਪ ਕਿਉਂ ਨਹੀਂ ਅੱਖਾਂ ਬੰਦ ਕਰਕੇ ਸਮਾਧੀ ਲਗਾ ਕੇ ਬੈਠੋ। ਤਾਂ ਉੱਥੇ ਦੇ ਜੋ ਆਰਗੇਨਾਈਜ਼ਰ ਸੱਜਣ ਸਨ, ਉਹਨਾਂ ਚੋਂ ਇੱਕ ਮੈਨੂੰ ਆਖਣ ਲੱਗੇ, ਭਾਈ ਸਾਹਿਬ ਕੋ ਥੋੜਾ ਬਹੁਤਾ ਰੋਲਾ ਸ਼ੁਰੂ ਕਰੋ। ਤਾਂ ਮੈਂ ਕਿਹਾ ਆਪ ਜੀ ਦਾ ਵੀ ਕੋਈ ਕਸੂਰ ਨਹੀਂ ਹੈ, ਇਨਸਾਨ ਨੂੰ ਰੌਲੇ 'ਚ ਰਹਿਣ ਦੀ ਆਦਤ ਹੈ, ਤਾਂ ਇਸ ਕਰਕੇ ਤੁਸੀਂ ਕੀਰਤਨ ਨੂੰ ਵੀ ਉਸੇ ਮਕਸਦ ਦੇ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਹੋ ਕਿ ਥੋੜਾ ਖੜਾਕਾ ਧੜਾਕਾ ਕਰੋ। ਕਹਿੰਦੇ ਥੋੜਾ ਖੜਾਕਾ ਧੜਾਕਾ ਕਰੋ। ਤਾਂ ਇਹ ਰਾਗ, ਇਹ ਸੰਗੀਤ, ਇਹ ਗੁਰੂ ਦਾ ਸ਼ਬਦ ਇੱਕ ਖੜਾਕਾ ਧੜਾਕਾ ਬਣ ਗਿਆ। ਭਾਵ ਉਤਨੀ ਦੇਰ 5-7 ਮਿੰਟ ਦੇ ਵਾਸਤੇ ਸਾਇਲੈਂਸ 'ਚ ਬੈਠਣਾ ਵੀ ਚੁੱਭ ਰਿਹਾ ਸੀ, ਬੜਾ ਮੁਸ਼ਕਲ ਸੀ। ਇਨਸਾਨ ਦੀ ਜ਼ਿੰਦਗੀ ਅੰਦਰੋਂ ਇਤਨੀ ਸੁੰਨੀ ਹੈ। ਗੁਰੂ ਮਹਾਰਾਜ ਕਹਿੰਦੇ ਹਨ, ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਹੂਣੀਆਂ, ਨਾਨਕ ਸਫਲ ਜਨਮ ਜੈ ਘਟ ਬੁੱਢਾ ਸੱਚ ਧਣੀ। ਕਹਿੰਦੇ ਨੇ ਉਹੀ ਉਹ ਜਨਮ ਸਫਲ ਹੈ, ਉਹੀ ਉਹ ਦੇਹ ਸਫਲ ਹੈ ਜਿਹੜੇ ਹਿਰਦੇ ਦੇ ਵਿਹੜੇ ਦੇ ਵਿੱਚ ਉਹ ਰੱਬ ਆ ਕੇ ਬੈਠਾ ਹੈ, ਉਹ ਪ੍ਰਭੂ ਆ ਕੇ ਬੈਠਾ ਹੈ, ਜਿਹੜਾ ਆਪਣੇ ਅੰਦਰ ਉਸ ਦੇ ਨਾਲ ਉਸ ਦੀ ਸੰਗਤ ਦੇ ਵਿੱਚ ਮਸਰੂਫ ਹੈ। ਉਹ ਨਾ ਕਦੇ ਇਕੱਲਾ ਹੁੰਦਾ ਹੈ, ਨਾ ਕਦੇ ਉਸ ਨੂੰ ਸਾਇਲੈਂਸ ਖਾਂਦੀ ਹੈ, ਉਹਦੇ ਸਾਇਲੈਂਸ ਲੱਭਦੇ ਹਨ। ਕਬੀਰ ਸਾਹਿਬ ਨੇ ਤੇ ਆਪਣੇ ਇੱਕ ਸ਼ਲੋਕ ਦੇ ਵਿੱਚ ਇਹ ਆਖੀ ਹੈ ਗੱਲ, ਕਹਿੰਦੇ ਹਨ, ਸਹਿਜ ਸੁਨ ਇੱਕ ਬਿਰਵਾ ਉਪਜਿਆ। ਕਹਿੰਦੇ ਹਨ ਮੇਰੇ ਅੰਦਰ ਤੇ ਮੈਨੂੰ ਲੱਗਦਾ ਇੱਕ ਪੇੜ ਉਗ ਖੜਾ ਹੈ। ਕਾਹਦਾ? ਸਹਿਜ ਦਾ, ਟਿਕਾ ਹੀ ਟਿਕਾ ਹੈ, ਅੰਦਰ ਕੋਈ ਖਿਆਲ ਹੀ ਨਹੀਂ ਉੱਠ ਰਿਹਾ, ਅੰਦਰ ਇਤਨਾ ਸ਼ਾਂਤ ਹੈ। ਅਤੇ ਸਹਿਜ ਸੁਨ, ਅੰਦਰ ਕਹਿੰਦੇ ਮੇਰੇ ਅੰਦਰ ਸੁਨ ਹੈ, ਸਾਇਲੈਂਸ ਹੈ, ਅੰਦਰ ਕੋਈ ਸ਼ੋਰ ਨਹੀਂ ਹੈ, ਅੰਦਰ ਵੌਇਸਸ ਨਹੀਂ ਹਨ। ਸਾਡੇ ਅੰਦਰ ਅਸੀਂ ਇੱਕ ਪਲ ਦੇ ਵਾਸਤੇ ਵੀ ਅੱਖਾਂ ਬੰਦ ਕਰਕੇ ਬੈਠੀਏ, ਅਸੀਂ ਆਪਣੇ ਅੰਦਰ ਕੋਈ ਨਾ ਕੋਈ ਆਵਾਜ਼ਾਂ ਸੁਣਾਂਗੇ। ਤੇ ਗੁਰੂ ਮਹਾਰਾਜ ਕਹਿੰਦੇ ਨੇ, ਦੇ ਅੰਧਾਰੀ ਅੰਧ ਸੁੰਨੀ ਨਾਮ ਵਿਹੂਣੀਆਂ। ਸਾਡੀ ਜ਼ਿੰਦਗੀ ਦੀ ਜੋ ਤਸਵੀਰ ਇਹ ਹੈ, ਬਾਹਰੋਂ ਅਸੀਂ ਚਾਹੇ ਭਾਵੇਂ ਕੁਝ ਵੀ ਹੋਈਏ, ਲੇਕਿਨ ਸਾਡੇ ਜੀਵਨ ਦਾ ਜੋ ਸਹੀ ਜੋ ਦੀਦਾਰ ਗੁਰੂ ਮਹਾਰਾਜ ਕਰਾਉਂਦੇ ਹਨ ਉਹ ਇਹ ਹੈ, ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਹੂਣੀਆਂ, ਸੁੰਨੀ ਨਾਮ ਵਿਹੂਣੀਆਂ। ਕਬੀਰ ਮਾਰਗ ਮੋਤੀ ਬਿਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗ ਦੇ ਸਕੇ, ਜਗਤ ਉਲੰਘੇ ਜਾਏ। ਕਹਿੰਦੇ ਹਨ ਕਬੀਰ ਸਾਹਿਬ, ਕਿਉਂਕਿ ਉਹਨਾਂ ਨੂੰ ਕੁਝ ਹੋਰ ਦਿਸਦਾ ਹੈ, ਸਾਨੂੰ ਕੁਝ ਹੋਰ ਦਿਸਦਾ ਹੈ। ਉਹਨਾਂ ਨੂੰ ਦਿਸਦਾ ਹੈ, ਕਹਿੰਦੇ ਹਨ, ਦੋਏ ਦੋਏ ਲੋਚਨ ਦੇਖਾ। ਮੇਰੀਆਂ ਅੱਖਾਂ ਦੇ ਦੋਨੇ ਅੱਖਾਂ ਦੇ ਨਾਲ ਕਹਿੰਦੇ ਮੈਂ ਰੱਬ ਹੀ ਰੱਬ ਦੇਖਦਾ ਹਾਂ, ਹਰ ਬਿਨ ਔਰ ਨਾ ਦੇਖ, ਹੋਰ ਕੁਝ ਮੈਨੂੰ ਦਿਸਦਾ ਹੀ ਨਹੀਂ। ਲੇਕਿਨ ਸਾਨੂੰ ਤੇ ਉਹ ਨਹੀਂ ਦਿਸਦਾ, ਅਸੀਂ ਸੁਣਾ ਕੇ ਤੇ ਇਹ ਗੱਲ ਸਮਝਦੇ ਹਾਂ ਕਿ ਹਰ ਪਾਸੇ ਰੱਬ ਹੈ। ਲੇਕਿਨ ਜਿਸ ਤਰ੍ਹਾਂ ਕਬੀਰ ਸਾਹਿਬ ਦੀਆਂ ਅੱਖਾਂ ਨੂੰ ਦਿਸਦਾ, ਸਾਨੂੰ ਥੋੜਾ ਉਸ ਤਰ੍ਹਾਂ ਦਿਸਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਹਨ, ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਮਾਰਗ ਮੋਤੀ ਬੀਥਰੇ। ਕਹਿੰਦੇ ਨੇ ਇਹ ਜ਼ਿੰਦਗੀ ਦਾ, ਇਹ ਜੀਵਨ ਦਾ ਸਾਰਾ ਰਾਹ ਤੇ ਰੱਬ ਦੇ ਜੋ ਗੁਣ ਹਨ, ਰੱਬੀ ਗੁਣ ਹਨ, ਰੱਬੀ ਵੈਲਿਊਜ਼ ਹਨ, ਉਹਨਾਂ ਮੋਤੀਆਂ ਦੇ ਨਾਲ ਇਹ ਰਸਤਾ ਬਿਖਰਿਆ ਪਿਆ ਹੈ, ਭਰਿਆ ਪਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਲੇਕਿਨ ਇੱਕ ਇਨਸਾਨ ਅੰਨਾ ਜਿਸ ਦੇ ਪਾਸ ਅੱਖਾਂ ਨਹੀਂ ਹਨ, ਉਹ ਇਸ ਜੀਵਨ ਦੇ ਰਾਹ ਉੱਤੇ ਨਿਕਲ ਆਇਆ ਹੈ ਅਤੇ
ਸਹੀ ਅੱਖਾਂ ਨਾ ਹੋਣ ਦੇ ਕਾਰਨ, ਅੰਦਰ ਪ੍ਰਕਾਸ਼ ਨਾ ਹੋਣ ਦੇ ਕਾਰਨ, ਜੋਤ ਬਿਨਾ ਜਗਦੀਸ਼ ਕੀ, ਉਸ ਰੱਬੀ ਜੋਤ ਨਾ ਹੋਣ ਦੇ ਕਾਰਨ ਜਗਤ ਉਲੰਘੇ ਜਾਏ। ਇਹ ਸਾਰਾ ਜੋ ਜਗਤ ਹੈ ਰੱਬ ਹੀ ਰੱਬ ਹਰ ਪਾਸੇ ਬਿਖਰਿਆ ਪਿਆ ਹੈ। ਰੱਬੀ ਗੁਣਾਂ ਦੇ ਜੋ ਮੋਤੀ ਹਨ ਉਹ ਜੀਵਨ ਦੇ ਵਿੱਚ ਬਿਖਰੇ ਪਏ ਹਨ, ਖਿਲਰੇ ਪਏ ਹਨ, ਲੇਕਿਨ ਅਸੀਂ ਕਹਿੰਦੇ ਹਨ ਅੱਖਾਂ ਬੰਦ ਕਰਕੇ ਲੰਘੀ ਜਾ ਰਹੇ ਹਾਂ। ਤਾਂ ਸਾਧ ਸੰਗਤ ਜੀ, ਇਹ ਜੋ ਅੰਧਾ ਲਫ਼ਜ਼ ਆਖਿਆ ਹੈ, ਮਾਰਗ ਮੋਤੀ ਬੀਤਰੇ ਅੰਧਾ ਨਿਕਸਿਓ ਆਏ, ਇਹ ਉਹਨਾਂ ਨੂੰ ਨਹੀਂ ਅੰਧਾ ਕਿਹਾ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਯੂਜੂਅਲੀ ਅਸੀਂ ਬਲਾਈਂਡ ਉਹਨਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਪਾਸ ਆਈ ਸਾਈਟ ਨਹੀਂ ਹੁੰਦੀ, ਲੇਕਿਨ ਗੁਰਬਾਣੀ ਇਸ ਚੀਜ਼ ਦਾ ਖੁਲਾਸਾ ਕਰਦੀ ਹੈ। ਕਹਿੰਦੇ ਹਨ ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਏ, ਜਿਨ ਮੁਖ ਲੋਇਣ ਨਾਏ, ਅੰਧੇ ਸੇ ਨਾਨਕਾ ਜੇ ਖਸਮੋ ਕੁੱਥੇ ਜਾਏ। ਜਿਹੜੇ ਉਸ ਰੱਬ ਖਸਮ ਨਾਲੋਂ ਟੁੱਟੇ ਪਏ ਹਨ ਉਹ ਕਹਿੰਦੇ ਅੰਧੇ। ਇਹ ਹੁਣ ਬਾਣੀ ਦਾ ਇੱਕ ਪੈਮਾਨਾ ਹੈ, ਬਾਣੀ ਦਾ ਇੱਕ ਸਟੈਂਡਰਡ ਹੈ, ਬਾਣੀ ਦੀ ਇਹ ਅਸਲੀਅਤ ਹੈ। ਇਸ ਦੇ ਵਿੱਚ ਹੁਣ ਅਸੀਂ ਆਪਣੇ ਆਪ ਨੂੰ ਅੱਜ ਪ੍ਰਕਾਸ਼ ਉਤਸਵ ਵਾਲੇ ਦਿਨ ਇਹ ਦੇਖਣਾ ਹੈ ਕਿ ਅਸੀਂ ਪ੍ਰਕਾਸ਼ ਵਾਲੇ ਹਾਂ ਜਾਂ ਅਸੀਂ ਅੰਧੇਰੇ ਵਾਲੇ ਹਾਂ। ਗੁਰੂ ਮਹਾਰਾਜ ਦਾ ਸਾਰਾ ਕੰਸਰਨ ਇਹ ਸੀ, ਸਾਡੀ ਦੇਹ ਦੇ ਵਿੱਚ ਅੰਧੇਰਾ ਹੈ, ਸਾਡੇ ਮਨ ਦੇ ਵਿੱਚ ਅੰਧੇਰਾ ਹੈ, ਸਾਡੀ ਆਤਮਾ ਦੇ ਵਿੱਚ ਅੰਧੇਰਾ ਹੈ। ਉਸ ਅੰਧੇਰੇ ਨੂੰ ਦੇਖਦੇ ਹੋਏ ਕਹਿੰਦੇ ਹਨ ਅੰਧੇਰੇ ਅੰਧੀ ਵਾਪਰੇ, ਅੰਧੇਰੇ ਅੰਧੀ ਵਾਪਰੇ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ। ਸਭ ਗਾਓ ਅੰਧੇਰੇ ਅੰਧੀ ਵਾਪਰੇ, ਅੰਧੇਰੇ ਅੰਧੀ ਵਾਪਰੇ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ। ਤੇਰਾ ਨਾਮ ਰਤਨ ਕਰਮ ਚਾਨਣ, ਤੇਰਾ ਨਾਮ ਰਤਨ ਕਰਮ ਚਾਨਣ, ਸੁਰਤ ਤੇ ਲੋਏ, ਸੁਰਤ ਤੇ ਲੋਏ। ਅੰਧੇਰੇ ਅੰਧੀ ਵਾਪਰੇ, ਅੰਧੇਰੇ ਅੰਧੀ ਵਾਪਰੇ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਇਆ ਕਿਆ ਥੀਐ, ਜਦ ਟੁੱਟੇ ਪੱਥਰ ਬੰਦ। ਬਹੁਤ ਖੂਬਸੂਰਤ ਗੱਲ ਕਹੀ ਹੈ। ਕਹਿੰਦੇ ਹਨ ਅੰਧੀ ਕੰਮੀ ਅੰਧ ਮਨ, ਅੰਦਰ ਸਾਡੇ ਅੰਧੇਰਾ ਹੋਣ ਦੇ ਕਾਰਨ ਅਸੀਂ ਜਿਤਨੇ ਵੀ ਕੰਮ ਕਰਦੇ ਹਾਂ ਉਹ ਅੰਨਿਆਂ ਵਾਲੇ ਕੰਮ ਕਰਦੇ ਹਾਂ, ਅਤੇ ਉਸ ਦੇ ਨਾਲ ਸਾਡਾ ਮਨ ਹੋਰ ਅੰਧਾ ਹੁੰਦਾ ਜਾਂਦਾ ਹੈ। ਅੰਧੀ ਕੰਮੀ ਅੰਧ ਮਨ, ਫਿਰ ਮਨ ਅੰਨੇ ਦੇ ਕਾਰਨ ਤਨ ਵੀ ਅੰਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਅੰਧੇ ਤਨ ਅੰਧ। ਗੁਰੂ ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਇਹ ਤੇ ਗੱਲ ਇਸ ਤਰ੍ਹਾਂ ਦੀ ਹੋਈ ਜਿਸ ਤਰ੍ਹਾਂ ਅੰਧੇਪਨ ਦਾ ਇੱਕ ਬੰਨ ਟੁੱਟ ਗਿਆ ਹੈ ਤੇ ਹੜ ਹੀ ਆ ਗਿਆ ਹੈ। ਕਹਿੰਦੇ ਜਦੋਂ ਹੜ ਹੀ ਆ ਜਾਏ ਉਦੋਂ ਮਾੜਾ ਮੋਟਾ ਚਿੱਕੜ ਲਗਾਇਆ ਕੋਈ ਗੱਲ ਨਹੀਂ ਬਣਦੀ। ਜਦੋਂ ਕਿਸੇ ਬੰਨ ਦਾ ਕੋਈ ਬੰਨ ਟੁੱਟ ਜਾਏ ਅਤੇ ਹੜ ਆ ਜਾਏ, ਉਸ ਹੜ ਨੂੰ ਬੰਨਣ ਦੇ ਵਾਸਤੇ, ਰੋਕਣ ਦੇ ਵਾਸਤੇ ਕੋਈ ਮਾੜਾ ਮੋਟਾ ਚਿੱਕੜ ਲਗਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤੇ ਪਾਣੀ ਨਹੀਂ ਰੁਕਦਾ। ਗੁਰੂ ਸਾਹਿਬ ਕਹਿੰਦੇ ਚਿੱਕੜ ਲਾਇਆ ਕਿਆ ਥੀਏ, ਕਹਿੰਦੇ ਨਿੱਕਾ ਮੋਟਾ ਚਿੱਕੜ ਲਾਉਣ ਨਾਲ ਕੁਛ ਨਹੀਂ ਗੱਲ ਬਣਨੀ। ਭਾਵ ਕਿ ਮਾੜੇ ਮੋਟੇ ਯਤਨ ਦੇ ਨਾਲ ਹੁਣ ਕੁਛ ਗੱਲ ਨਹੀਂ ਬਣਨੀ, ਤੁਹਾਨੂੰ ਸੀਰੀਅਸ ਹੋ ਕੇ ਕੁਛ ਕਰਨਾ ਪਏਗਾ। ਗੱਲ ਉੱਥੇ ਇਹ ਕਹਿ ਰਹੇ ਹਨ, ਤੁਹਾਨੂੰ ਪੂਰੀ ਇੰਟੈਂਸਿਟੀ ਦੇ ਨਾਲ, ਪੂਰੀ
ਊਰਜਾ ਦੇ ਨਾਲ, ਪੂਰੀ એનર્ਜੀ ਦੇ ਨਾਲ, ਪੂਰੀ ਡੈਡੀਕੇਸ਼ਨ ਦੇ ਨਾਲ, ਪੂਰੀ ਕਮਿਟਮੈਂਟ ਦੇ ਨਾਲ ਆਪਣੀ ਜ਼ਿੰਦਗੀ ਦੇ ਇਸ ਅੰਧੇਪਨ ਦੇ ਹੜ ਨੂੰ ਰੋਕਣ ਦੇ ਵਾਸਤੇ ਕੁਝ ਕਰਨਾ ਪਏਗਾ। ਨਿੱਕੇ ਮੋਟੇ ਯਤਨ ਦੇ ਨਾਲ ਕੋਈ ਗੱਲ ਨਹੀਂ ਬਣਨੀ। ਕਹਿੰਦੇ ਹਨ ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਇ ਕਿਆ ਥੀਐ, ਜਾਂ ਟੁੱਟੇ ਪੱਥਰ ਬੰਦ, ਬੰਦ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ, ਨਾਨਕ ਸੱਚੇ ਨਾਮ ਬਿਨ ਕੇਤੇ ਡੁੱਬੇ ਸਾਥ। ਪੂਰਾ ਦੇ ਪੂਰ ਕਹਿੰਦੇ ਹਨ ਇਸ ਹਨੇਰੇ ਦੇ ਵਿੱਚ ਡੁੱਬਦੇ ਜਾ ਰਹੇ ਹਨ। ਨਾਮ ਤੋਂ ਬਿਨਾ, ਨਾਮ ਹੀ ਬੇੜੀ ਹੈ, ਨਾਮ ਹੀ ਇੱਕ ਜ਼ਰੀਆ ਹੈ। ਉਸ ਨਾਮ ਦੇ ਨਾਲ, ਨਾਮ ਇੱਕ ਐਸਾ ਰਤਨ ਹੈ ਜਿਹੜਾ ਇਨਸਾਨ ਦੀ ਸੁਰਤ ਦੇ ਵਿੱਚ ਜਦੋਂ ਜੜਿਆ ਜਾਂਦਾ ਹੈ ਉੱਥੇ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਲੇਕਿਨ ਗੁਰੂ ਸਾਹਿਬ ਮਨੁੱਖਾਂ ਦੀ ਹਾਲਤ ਨੂੰ ਦੇਖਦੇ ਹਨ, ਕਹਿੰਦੇ ਹਨ ਇਹ ਵਿਚਾਰੇ ਗੱਲ ਮੰਨਣ 'ਚ ਵੀ ਨਹੀਂ ਆ ਰਹੇ। ਇਹ ਸੁਣ ਲੈਂਦੇ ਹਨ ਅਤੇ ਸੁਣਾਉਣ ਤੱਕ ਹੀ ਛੱਡ ਦਿੰਦੇ ਹਨ। ਸੀਰੀਅਸਲੀ ਇਹ ਕਦੇ ਸ਼ੁਰੂ ਨਹੀਂ ਹੁੰਦੇ। ਸੀਰੀਅਸਨੈਸ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਕੰਮਾਂ ਲਈ ਤੇ ਬਹੁਤ ਹੈ। ਜਦੋਂ ਅਸੀਂ ਕੋਈ ਵਪਾਰ ਕਰਦੇ ਹਾਂ ਤਾਂ ਉਸ ਨੂੰ ਅਸੀਂ ਅਧੂਰਾ ਨਹੀਂ ਕਦੇ ਛੱਡਣਾ ਚਾਹੁੰਦੇ, ਉੱਥੇ ਅਸੀਂ ਪੂਰੇ ਸੀਰੀਅਸ ਹੁੰਨੇ ਹਾਂ। ਲੇਕਿਨ ਇਹ ਅਸਲ ਵਪਾਰ ਜੋ ਜ਼ਿੰਦਗੀ ਦਾ ਵਪਾਰ ਹੈ, ਜਿੱਥੇ ਜੀਵਨ 'ਚ ਅਸਾਂ ਕੁਝ ਖੱਟਣਾ ਹੈ, ਉੱਥੇ ਅਸੀਂ ਬਿਲਕੁਲ ਹੀ ਸੀਰੀਅਸ ਨਹੀਂ ਹੈ। ਉੱਥੇ ਅਸੀਂ ਬਹੁਤ ਅਧੂਰੀ ਜਿਹੀ એનર્ਜੀ ਦੇ ਨਾਲ ਅਸੀਂ ਇਨਵੋਲਵ ਹੁੰਨੇ ਆ। ਤੇ ਗੁਰੂ ਮਹਾਰਾਜ ਸਾਡੀ ਹਾਲਤ ਨੂੰ ਦੇਖ ਕੇ ਇਹ ਗੱਲ ਕਹਿੰਦੇ ਹਨ, ਅੰਧੇ ਅਕਲੀ ਬਾਰੇ ਕਿਆ ਤਿੰਨ ਸਿਓ ਕਹੀਏ। ਦੱਸੋ ਕਹਿੰਦੇ ਇਹਨਾਂ ਨੂੰ ਕੀ ਕਹੀਏ। ਇਹ ਪੂਰੀ ਮਨੁੱਖਤਾ ਨੂੰ ਉਹਨਾਂ ਨੇ ਐਡਰੈਸ ਕੀਤਾ ਹੈ। ਉਹ ਦੇਖਦੇ ਹਨ ਇਹਨਾਂ ਦੀ ਜ਼ਿੰਦਗੀ 'ਚ ਅੰਧੇਰਾ ਹੈ। ਅੰਧੇਰੇ ਦੇ ਭਾਵ ਕਿ ਇਹਨਾਂ ਦਾ ਆਪਣੇ ਆਪੇ ਦੇ ਨਾਲ ਹੀ ਕੋਈ ਸੰਬੰਧ ਨਹੀਂ ਹੈ। ਅਗਰ ਕੋਈ ਅੰਧੇਰੇ ਦਾ ਸਵਾਲ ਪੁੱਛੇ ਕਿ ਇਸ ਨੂੰ ਐਲੈਬੋਰੇਟ ਕੀਤਾ ਜਾਏ, ਭਾਵ ਸਾਨੂੰ ਆਪਣੀ ਅਸਲੀਅਤ ਦਾ ਨਹੀਂ ਪਤਾ ਕਿ ਅਸੀਂ ਕੌਣ ਹਾਂ, ਅਸੀਂ ਕਿੱਥੋਂ ਆਏ ਹਾਂ, ਅਸੀਂ ਕਿਉਂ ਆਏ ਹਾਂ, ਇਹ ਮੈਟਰ ਕਿੱਥੋਂ ਬਣ ਗਿਆ ਹੈ, ਇਹ ਸਰੀਰ ਕਿਸ ਤਰ੍ਹਾਂ ਬਣ ਗਿਆ ਹੈ। ਅਸੀਂ ਇਸ ਦਾ ਆਨੰਦ ਤੇ ਮਾਣਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਸਾਰੇ ਐਕਸਪੀਰੀਅੰਸ ਜੋ ਹਨ ਅਸੀਂ ਐਕਸਪੀਰੀਅੰਸ ਕਰਦੇ ਹਾਂ। ਲੇਕਿਨ ਵੀ ਨੈਵਰ ਵੰਡਰ ਕਿ ਇਹ ਕਿੱਥੋਂ ਆ ਗਿਆ ਹੈ, ਇਸ ਨੂੰ ਕਿਸਨੇ ਬਣਾਇਆ ਹੈ, ਇਸ ਨੂੰ ਕਿਉਂ ਬਣਾਇਆ ਹੈ, ਇਸ ਦੇ ਅੰਦਰ ਸਾਈਕੋਲੋਜੀਕਲ ਪ੍ਰੋਸੈਸਸ ਕਿਸ ਤਰ੍ਹਾਂ ਕੰਮ ਕਰਦੇ ਹਨ, ਇਸ ਦੇ ਅੰਦਰ ਜੋ ਇਤਨਾ ਇੱਕ ਵਾਸਟ ਯੂਨੀਵਰਸ ਹੈ ਆਪਣੇ ਆਪ 'ਚ ਕੰਮ ਕਰੀ ਜਾ ਰਿਹਾ ਹੈ, ਇਹ ਕਿਸ ਤਰ੍ਹਾਂ ਚੱਲਦਾ ਹੈ। ਅਕਲ ਕਲਾ ਭਰਪੂਰ ਹੈ। ਕਿਹੜੀ ਉਹ ਐਸੀ ਇੰਟੈਲੀਜੈਂਸ ਹੈ, ਕਿਹੜਾ ਉਹ ਐਸਾ ਆਰਟ ਹੈ ਜਿਸ ਨੇ ਇਸ ਨੂੰ ਬਣਾਇਆ। ਸਾਡਾ ਆਪਣੇ ਆਪ ਦੇ ਪ੍ਰਤੀ ਕੋਈ ਸਾਡਾ ਆਪਣੇ ਆਪ ਨਾਲ ਰਿਲੇਸ਼ਨ ਨਹੀਂ ਹੈ, ਇਹ ਅੰਧਾਪਨ ਹੈ। ਫਿਰ ਸਾਡੇ ਅੰਦਰ ਉਹ ਕਿਹੜੀ ਚੀਜ਼ ਹੈ ਜੋ ਸੁਣਦੀ ਹੈ, ਬੋਲਦੀ ਹੈ, ਜਾਂ ਮੰਦਰ ਮੈਂ ਕੌਣ ਵਸਾਈ, ਉਸ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਬਸ ਮਾਇਆ ਮਨੋ ਨਾ ਵਿਸਰੇ, ਮੰਗੈ ਦਮਾ ਦਮ, ਇਹ ਸਾਡੀ ਹਾਲਤ ਹੈ। ਧੰਦੇ ਧਾਵਤ ਮਨ ਭਇਆ ਮਨੂਰਾ, ਧੰਦਿਆਂ ਦੇ ਵਿੱਚ ਭਜਦਿਆਂ ਸਾਡਾ ਮਨ ਜੋ ਹੈ ਉਹ ਸੜ ਕੇ ਕੋਲੇ ਬਣ ਗਿਆ ਹੈ। ਇਸ ਕਿਸਮ ਦਾ ਸਾਡੀ ਜ਼ਿੰਦਗੀ ਦੇ ਵਿੱਚ ਅੰਧੇਰਾ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਏ। ਇਹਨਾਂ ਨੂੰ ਦੱਸੋ ਕੀ ਕਹੀਏ। ਇਹ ਗੱਲ ਸੁਣਦੇ ਹੋਏ ਵੀ ਆਪਣੀ ਜ਼ਿੰਦਗੀ ਨੂੰ ਮੋੜਨ ਦੀ ਕੋਸ਼ਿਸ਼ ਨਹੀਂ ਕਰਦੇ। ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਏ, ਬਿਨ ਗੁਰ ਪੰਥ ਨ ਸੂਝਈ, ਕਿਤ ਬਿਦ ਨਿਰਭਈਏ। ਬਿਲਕੁਲ ਇਸੇ ਖਿਆਲ ਨੂੰ ਕਬੀਰ ਜੀ ਨੇ ਹੋਰ ਵੀ ਜ਼ਿਆਦਾ ਸਟਰੋਂਗਲੀ ਆਖਿਆ। ਕਹਿੰਦੇ ਹਨ, ਕਬੀਰ ਸਾਚਾ ਸਤਿਗੁਰ ਕਿਆ ਕਰੇ। ਦੱਸੋ ਹੁਣ ਗੁਰੂ ਵੀ ਕੀ ਕਰੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿਖਾ ਮੈਂ ਚੂਕ, ਅੰਧੇ ਏਕ ਨਾ ਲਾਗੇ, ਜੋ ਬਾਂਸ ਬਜਾਈਏ ਫੂਕ। ਕਹਿੰਦੇ ਇਹਨਾਂ ਦੀ ਹਾਲਤ ਉਸ ਬਾਂਸ ਵਰਗੀ ਹੈ, ਅੰਦਰੋਂ ਇਹ ਖਾਲੀ ਹਨ, ਇੱਕ ਪਾਸੇ ਦੀ ਸੁਣਦੇ ਹਨ ਤੇ ਦੂਸਰੇ ਪਾਸੇ ਦੀ ਇਹ ਨਿਕਾਲ ਦਿੰਦੇ ਹਨ। ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਏ ਫੂਕ। ਕਹਿੰਦੇ ਹੁਣ ਗੁਰੂ ਵੀ ਕੀ ਕਰੇ ਜਦੋਂ ਇਹ ਵੀ ਕੁਝ ਕਰਨਾ ਚਾਹ ਹੀ ਨਹੀਂ ਰਹੇ। ਸਾਡੀ ਚਾਹਤ ਤੇ ਵੀ ਕੁਝ ਨਿਰਭਰ ਹੈ, ਅਸੀਂ ਕਿੱਧਰ ਨੂੰ ਮੁੜਨਾ ਚਾਹਨੇ ਹਾਂ, ਉਸ ਦਾ ਵੀ ਕੋਈ ਮਾਇਨਾ ਹੈ, ਉਸ ਦੀ ਵੀ ਕੋਈ ਆਪਣੀ ਥਾਂ ਹੈ। ਤਾਂ ਉਹ ਸਾਡੀ ਉਸ ਦਸ਼ਾ ਨੂੰ ਦੇਖ ਕੇ ਤੇ ਗੁਰੂ ਵੀ ਕਈ ਦਫਾ ਇਹ ਕਹਿੰਦੇ ਹਨ ਕਿ ਜਦ ਇਹ ਬਦਲਣਾ ਹੀ ਨਹੀਂ ਚਾਹੁੰਦਾ ਤਾਂ ਅਸੀਂ ਕੀ ਕਰੀਏ। ਆਓ ਅੱਜ ਸਾਰੇ ਅਸੀਂ ਕਮਿਟ ਕਰੀਏ, ਇੱਕ ਪ੍ਰਣ ਲਈਏ, ਇੱਕ ਆਪਣੇ ਆਪ ਨਾਲ ਫੈਸਲਾ ਕਰੀਏ ਕਿ ਨਿੱਕਾ ਮੋਟਾ ਚਿੱਕੜ ਲਗਾਇਆ ਇਸ ਬੰਨ ਨੇ ਰੁਕਣਾ ਨਹੀਂ ਹੈ। ਜੀਵਨ ਦੇ ਵਿੱਚ ਅਗਿਆਨਤਾ ਦਾ, ਮਮਤਾ ਦਾ, ਹਉਮੈ ਦਾ, ਕ੍ਰੋਧ ਦਾ, ਵਿਕਾਰਾਂ ਦਾ, ਸਵਾਦਾਂ ਦਾ
ਇਹ ਜੋ ਹੜ ਆਇਆ ਪਿਆ ਹੈ ਸਾਡੀ ਜ਼ਿੰਦਗੀ ਨੂੰ, ਜੋ ਵਹਾ ਕੇ ਲਈ ਜਾ ਰਿਹਾ ਹੈ, ਇਸ ਨੂੰ ਰੋਕਣ ਲਈ ਤੇ ਸਾਨੂੰ ਦਿਨ ਰਾਤ ਇਸ ਯਤਨ ਦੇ ਵਿੱਚ ਯਤਨਸ਼ੀਲ ਹੋਣਾ ਪੈਣਾ ਹੈ। ਇਸ ਨੂੰ ਪ੍ਰਾਇੋਰਟੀ ਬਣਾਉਣੀ ਪੈਣੀ ਹੈ। ਸਤਸੰਗ ਸਾਡੀ ਜ਼ਿੰਦਗੀ ਦੀ ਖੁਰਾਕ ਬਣਨੀ ਚਾਹੀਦੀ ਹੈ। ਨਿਰਾ ਹਫਤੇ 'ਚ ਇੱਕ ਅੱਧ ਦਫਾ, ਇੱਕ ਅੱਧ ਘੰਟੇ ਦੇ ਵਾਸਤੇ ਅਸੀਂ ਆ ਗਏ, ਉਦੋਂ ਵੀ ਦੀਵਾਨ ਦੀ ਸਮਾਪਤੀ ਦੀ ਕਾਹਲੀ ਹੁੰਦੀ ਹੈ, ਉਤਨੇ ਦੇ ਨਾਲ ਗੱਲ ਨਹੀਂ ਬਣਨੀ। ਇਸ ਦੇ ਵਾਸਤੇ ਸਾਨੂੰ ਰੋਜ਼ਾਨਾ ਦੀ ਮੈਡੀਟੇਸ਼ਨ, ਰੋਜ਼ਾਨਾ ਦੀ ਸਾਧਨਾ, ਆਪਣੀ ਕਾਇਆ ਦੇ ਪ੍ਰਤੀ, ਆਪਣੇ ਮਨ ਦੇ ਪ੍ਰਤੀ, ਆਪਣੀ ਆਤਮਾ ਦੇ ਪ੍ਰਤੀ ਜੋ ਹੈ ਅਵੇਅਰਨੈਸ ਵਧਾਣੀ ਪਏਗੀ। ਗੁਰਬਾਣੀ ਨੂੰ ਇਨ ਡੈਪਥ ਸਾਨੂੰ ਸਮਝਣਾ ਪਏਗਾ। ਅਗਰ ਅਸੀਂ ਅਜਿਹਾ ਕਰਨ ਦੇ ਵਾਸਤੇ ਗੁਰੂ ਸਾਹਿਬਾਂ ਦੀ ਹਜ਼ੂਰੀ 'ਚ ਕਮਿਟ ਕਰੀਏ ਤਾਂ ਤੇ ਮੈਂ ਕਹਿ ਸਕਦਾ ਹਾਂ ਕਿ ਅਸੀਂ ਕੁਝ ਸੈਲੀਬ੍ਰੇਟ ਕਰ ਰਹੇ ਹਾਂ। ਅਦਰਵਾਈਜ਼ ਅਸੀਂ ਆਮ ਦਿਨਾਂ ਦੀ ਤਰ੍ਹਾਂ ਇਸ ਨੂੰ ਵੀ ਐਜ਼ ਅ ਰਿਚੁਅਲ ਇੱਕ ਹੋਰ ਦਿਨ ਮਨਾ ਲਾਂਗੇ, ਉਸ ਦੇ ਨਾਲ ਕੋਈ ਫਰਕ ਨਹੀਂ ਪੈਣਾ। ਆਓ ਸਾਰੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਆਪਣੇ ਜੀਵਨ 'ਚ ਲਿਆਈਏ। ਗੁਰੂ ਮਹਾਰਾਜ ਜਿੱਥੇ ਇਹ ਕਹਿੰਦੇ ਹਨ ਅੰਧੇਰ ਅੰਧੀ ਵਾਪਰੇ, ਇਹ ਸਾਰੀ ਦੁਨੀਆ 'ਚ ਆਤਮਕ ਅੰਧੇਰਾ ਹੈ, ਜਿਸ ਦੇ ਕਰਕੇ ਬਾਹਰ ਵੀ ਅੰਧੇਰਾ ਹੀ ਅੰਧੇਰਾ ਹੈ। ਹੁਣ ਰੋਸ਼ਨੀ ਕਿੱਥੋਂ ਮਿਲੇ? ਗੁਰੂ ਬਾਬਾ ਜੀ ਕਹਿੰਦੇ ਹਨ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ। ਜਦ ਗੁਰਬਾਣੀ ਇਸ ਜਗਤ ਦੇ ਵਿੱਚ ਚਾਨਣ ਹੈ ਤਾਂ ਫਿਰ ਸਾਨੂੰ ਇਹ ਵੀ ਐਗਜ਼ਾਮਿਨ ਕਰਨਾ ਪਏਗਾ ਕਿ ਕੀ ਅਸੀਂ ਠੀਕ ਢੰਗ ਦੇ ਨਾਲ ਗੁਰਬਾਣੀ ਦੀ ਰੋਸ਼ਨੀ ਆਪਣੇ ਜੀਵਨ 'ਚ ਲਿਆ ਰਹੇ ਹਾਂ ਜਾਂ ਨਹੀਂ ਲਿਆ ਰਹੇ। ਕੀ ਸਹੀ ਢੰਗ ਦੇ ਨਾਲ ਇਸ ਗੁਰਬਾਣੀ ਨੂੰ ਅਸੀਂ ਸਮਝ ਰਹੇ ਹਾਂ, ਵਿਚਾਰ ਰਹੇ ਹਾਂ, ਕਿਉਂਕਿ ਵਿਚਾਰ ਹੀ ਰੋਸ਼ਨੀ ਹੈ। ਗੁਰੂ ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ, ਸਤਿਗੁਰ ਸ਼ਬਦ ਉਜਾਰੋ ਦੀਪਾ। ਇਹ ਗੁਰੂ ਦਾ ਜੋ ਸ਼ਬਦ ਹੈ, ਇਹ ਹੀ ਇੱਕ ਐਸਾ ਦੀਪਕ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਉਜਾਲਾ ਕਰ ਸਕਦਾ ਹੈ, ਅਤੇ ਜਿੱਥੇ ਅੰਧੇਰਾ ਹੋਵੇ ਉੱਥੇ ਹੀ ਪ੍ਰਕਾਸ਼ ਚਾਹੀਦਾ ਹੈ। ਬਾਣੀ 'ਚ ਉਹਨਾਂ ਨੇ ਗੱਲ ਕਹੀ ਹੈ, ਅੰਧਿਆਰੇ ਦੀਪਕ ਚਾਹੀਏ। ਪ੍ਰਕਾਸ਼ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੋੜ ਨਹੀਂ ਹੈ, ਸਾਨੂੰ ਲੋੜ ਹੈ। ਅੰਧੇਰਾ ਸਾਡੇ ਅੰਦਰ ਹੈ, ਸਾਡੇ ਅੰਦਰ ਅੰਧੇਰਾ, ਤੇ ਸਾਨੂੰ ਹੀ ਪ੍ਰਕਾਸ਼ ਦੀ ਦੀਪਕ ਦੀ ਜ਼ਰੂਰਤ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਸਾਨੂੰ ਐਸੀ ਕੋਈ ਰੋਸ਼ਨੀ ਚਾਹੀਦੀ ਹੈ ਜਿਸ ਦੇ ਨਾਲ ਅਸੀਂ ਆਪਣੇ ਅੰਦਰੋਂ ਉਹ ਇੱਕ ਐਸੀ ਅਗੋਚਰ ਵਸਤੂ, ਇੱਕ ਐਸੀ ਅਚਰਜ ਮਹਾਨ ਕੀਮਤੀ ਵਸਤੂ ਲੱਭ ਲਈਏ ਜਿਸ ਦੇ ਨਾਲ ਸਾਡਾ ਸਾਰਾ ਜੋ ਜੀਵਨ ਹੈ ਉਹ ਰੱਬੀ ਰੋਸ਼ਨੀ ਦੇ ਨਾਲ, ਆਤਮਕ ਰੋਸ਼ਨੀ ਦੇ ਨਾਲ, ਡਿਵਾਈਨ ਲਾਈਟ ਦੇ ਨਾਲ, ਗੁਰੂਆਂ ਦੀ ਪਵਿੱਤਰ ਬਾਣੀ ਦੀ ਰੋਸ਼ਨੀ ਦੇ ਨਾਲ ਸਾਡਾ ਜੋ ਜੀਵਨ ਹੈ ਉਹ ਭਰਪੂਰ ਹੋਵੇ। ਜਿਤਨੀ ਦੇਰ ਤੱਕ ਇਹ ਪਵਿੱਤਰ ਗੁਰਬਾਣੀ ਦੀ ਰੋਸ਼ਨੀ ਸਾਡੇ ਘਰਾਂ 'ਚ, ਸਾਡੇ ਤਨ 'ਚ, ਸਾਡੇ ਮਨ 'ਚ, ਸਾਡੇ ਕਾਰ ਵਿਹਾਰ 'ਚ ਨਹੀਂ ਆ ਜਾਂਦੀ, ਉਤਨੀ ਦੇਰ ਤੱਕ ਕੱਲ ਦੇ ਕੀਰਤਨ ਵਾਲੀ ਲਾਈਨ ਹੀ ਸਾਡੇ ਉੱਤੇ ਲਾਗੂ ਹੋਏਗੀ ਕਿ ਇਹ ਜਗਤ ਮਮਤਾ ਮੂਆ ਜੀਵਨ ਕੀ ਵਿਧ ਨਾ ਹੈ। ਸਹੀ ਜੀਵਨ ਦੀ ਵਿਧੀ ਨੂੰ ਜੀਣ ਦੇ ਵਾਸਤੇ, ਜ਼ਿੰਦਗੀ ਦੀ ਸਹੀ ਕਲਾ ਕਿਸ ਤਰ੍ਹਾਂ ਜੀਵਨ ਜੀਣਾ ਹੈ ਉਹ ਸਿੱਖਣ ਦੇ ਵਾਸਤੇ ਸਾਨੂੰ ਕੋਈ ਗਾਈਡੈਂਸ ਦੀ ਜ਼ਰੂਰਤ ਹੈ, ਅਤੇ ਗਾਈਡੈਂਸ ਹੈ ਇਹ ਪਵਿੱਤਰ ਗੁਰਬਾਣੀ। ਇਸ ਪਵਿੱਤਰ ਗੁਰਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਦੀ ਖੁਰਾਕ ਬਣਾ ਲਈਏ, ਪੋਸ਼ਾਕ ਬਣਾ ਲਈਏ। ਗੁਰਬਾਣੀ ਹੀ ਦਰਅਸਲ ਸਾਡਾ ਕਲਚਰ ਹੋਣਾ ਚਾਹੀਦਾ ਹੈ। ਆਪ ਜੀ ਦੇ ਸਾਹਮਣੇ ਮੈਂ ਇੱਕ ਲਾਈਨ ਰੱਖਦਾ ਹਾਂ, ਜਦੋਂ ਕੋਈ ਜਗਿਆਸੂ ਗੁਰੂ ਦਾ ਸਿੱਖ ਬਣ ਜਾਂਦਾ ਹੈ, ਉਸ ਦਾ ਕਲਚਰ ਵੀ ਤਬਦੀਲ ਹੋ ਜਾਂਦਾ ਹੈ, ਉਸ ਦੀ ਜ਼ਾਤ ਵੀ ਬਦਲਦੀ ਹੈ, ਉਸ ਦਾ ਨਾਮ ਵੀ ਬਦਲਦਾ ਹੈ, ਉਸ ਦੀ ਅਪੀਅਰੈਂਸ ਵੀ ਬਦਲਦੀ ਹੈ, ਉਸ ਦਾ ਕਲਚਰ ਵੀ ਬਦਲਦਾ ਹੈ। ਬਾਣੀ ਦੇ ਵਿੱਚ ਇੱਕ ਸ਼ਬਦ ਹੈ, ਹਜ਼ੂਰ ਕਹਿੰਦੇ ਹਨ, ਮਹਿਲ ਮੈਂ ਬੈਠੇ ਅਗਮ ਅਪਾਰ। ਉਹ ਅਗਮ ਅਪਾਰ ਪ੍ਰਭੂ ਕਹਿੰਦੇ ਹਨ, ਉਹ ਇਸ ਮਹਿਲ ਦੇ ਵਿੱਚ ਹੀ ਬੈਠੇ ਹਨ। ਇਹ ਕਾਇਆ ਨੂੰ ਮਹਿਲ ਆਖਿਆ ਹੈ। ਮਹਿਲ ਮੈਂ ਬੈਠੇ ਅਗਮ ਅਪਾਰ, ਭੀਤਰ ਅੰਮ੍ਰਿਤ ਸੋਈ ਜਨ ਪਾਏ, ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਆਚਾਰ ਦਾ ਮਤਲਬ ਹੁੰਦਾ ਕਲਚਰ। ਕਹਿੰਦੇ ਹਨ ਗੁਰੂ ਦਾ ਸ਼ਬਦ ਹੀ ਜਿਸ ਦੀ ਐਂਟਰਟੇਨਮੈਂਟ ਬਣ ਜਾਏ, ਜਿਸ ਦਾ ਕਲਚਰ ਬਣ ਜਾਏ, ਜਿਸ ਦੀ ਸੋਸ਼ਲਾਈਜ਼ਿੰਗ ਬਣ ਜਾਏ। ਕਿਉਂਕਿ ਜਦੋਂ ਗੁਰੂ ਕੇ ਸਿੱਖ ਬੈਠਦੇ ਹਨ ਸੋਸ਼ਲਾਈਜ਼ ਕਰਨ ਦੇ ਵਾਸਤੇ, ਤਾਂ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਸੋਸ਼ਲਾਈਜ਼ ਕਰਦੇ ਹਨ। ਇਸ ਤੋਂ ਜ਼ਿਆਦਾ ਮੈਂ ਕਹਿਣਾ ਨਹੀਂ ਚਾਹੁੰਦਾ। ਆਪ ਸ਼ਾਇਦ ਮੇਰਾ ਨੁਕਤਾ ਜੇ ਮੈਂ ਨਾ ਕਹਾਂ ਤੇ ਜ਼ਿਆਦਾ ਸਮਝੋਗੇ। ਜਦੋਂ ਗੁਰੂ ਕੇ ਸਿੱਖ ਬੈਠਦੇ ਹਨ ਤੇ ਗੁਰੂ ਦੇ ਸ਼ਬਦ ਦੇ ਨਾਲ ਸੋਸ਼ਲਾਈਜ਼ ਕਰਦੇ ਹਨ, ਹੋਰ ਕਿਸੇ ਚੀਜ਼ ਦੇ ਨਾਲ ਸੋਸ਼ਲਾਈਜ਼ ਨਹੀਂ ਕਰਦੇ। ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਕਲਚਰ ਹੈ, ਐਂਟਰਟੇਨਮੈਂਟ ਹੈ, ਸੋਸ਼ਲਾਈਜ਼ਿੰਗ ਹੈ। ਤਾਂ ਆਓ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਟਿਕਾ ਲਈਏ, ਪਰੋ ਲਈਏ, ਤਾਂ ਕਿ ਅਸੀਂ ਸੱਚਮੁੱਚ ਕਿਸ ਦਿਨ ਫਿਰ ਸੈਲੀਬ੍ਰੇਟ ਕਰੀਏ
ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਜੀਵਨ 'ਚ ਪ੍ਰਕਾਸ਼ ਲਿਆਤਾ। ਪਿਆਰ ਨਾਲ ਸਾਰੀ ਸੰਗਤ ਗਾਓ ਇਹਨਾਂ ਪੰਕਤੀਆਂ ਨੂੰ, ਉਪਰੰਤ ਸਮਾਪਤੀ ਹੈ। ਅੰਧੇਰੇ ਅੰਧੀ ਵਾਪਰੇ, ਅੰਧੇਰੇ ਅੰਧੀ ਵਾਪਰੇ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ ਲੀਜੈ ਹੋਏ, ਸਗਲ